ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਲ 2023 ਦੀ 3 ਜਨਵਰੀ ਹੈ ਤੇ ਦਿਨ ਮੰਗਲਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸੇਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਹਰ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। 408 272 2500 ਤੇ ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਪਾਲਿਸੀ ਦੇ ਵਿੱਚ ਬਦਲਾਅ ਕਰਾਉਣਾ ਜਾਂ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀ ਰੈਂਟਨ, ਸਰਬਜੀਤ ਸਿੰਘ ਸ਼ੁਕਰ ਟਰਲਕ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ। ਚੰਨੀ ਦੇ ਹੱਕ ਦੇ ਵਿੱਚ ਨਿਤਰਿਆ ਐਸੀ ਭਾਈਚਾਰਾ ਜੀ। ਬਿਲਕੁਲ ਜੀ, ਇਹਨਾਂ ਨੇ ਪੀਸੀ ਕੀਤੀ ਹੈ ਜੀ। ਦੇਖੋ ਪਿਛਲੇ ਦਿਨਾਂ ਤੋਂ ਜਿਹੜੀਆਂ ਗੱਲਾਂ ਚੱਲਦੀਆਂ ਪਈਆਂ ਉਹਨਾਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਸ਼ੱਕ ਤੇ ਉਤਪੰਨ ਜ਼ਰੂਰ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਖਬਰਾਂ ਜਿਹੜੀਆਂ ਚੱਲੀਆਂ ਤੇ ਉਹਨਾਂ ਖਬਰਾਂ ਦੇ ਵਿੱਚ ਫਿਰ ਕੁਝ ਕੁ ਮੋੜੇ ਆ ਗਏ। ਮੋੜੇ ਕੀ ਆ ਗਏ ਕਿ ਇੱਕ ਤੇ ਇਹ ਆ ਕਿ ਜਿਹੜੀ ਉਹ RTI ਦਾ ਇਸ ਮੀਡੀਆ ਨੇ ਰੌਲਾ ਪਾਇਆ ਵਾ ਉਹ 1 ਸਾਲ ਦੀ ਆ, ਜਦ ਕਿ ਚੰਨੀ ਸਿਰਫ 3 ਮਹੀਨੇ ਰਹੇ ਨੇ। ਬਾਕੀ 9 ਮਹੀਨੇ ਦੂਸਰੇ 2 ਮੁੱਖ ਮੰਤਰੀ ਨੇ। ਇੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਜਿਹੜਾ ਘਰੋਂ ਹੀ ਨਹੀਂ ਸੀ ਨਿਕਲਦਾ, ਉਹਦਾ ਕਾਹਦਾ ਖਰਚਾ? ਉਹਦਾ 5,34,000 ਆ ਇਸ ਸਾਲ ਦੇ, ਜੇ ਤੁਸੀਂ ਦੇਖ ਲਓਗੇ ਤਾਂ 8 ਮਹੀਨਿਆਂ ਦੇ ਦੌਰਾਨ। ਤੇ 3 ਚ ਆ ਗਿਆ ਚਰਨਜੀਤ ਸਿੰਘ ਚੰਨੀ, ਉਹਦਾ ਹੈ 50, ਪੂਰਾ 50 ਲੱਖ ਤੇ ਬਾਕੀ ਜਿਹੜਾ 60 ਲੱਖ ਚੋਂ ਉਹ ਸ੍ਰੀ ਭਗਵੰਤ ਮਾਨ ਜੀ ਦਾ ਹੈ ਕੁਛ ਦਿਨਾਂ ਦਾ, ਕਿਉਂਕਿ ਇਹ ਲੇਖਾ ਜੋਖਾ 1 ਅਪ੍ਰੈਲ 2021 ਤੋਂ 31 ਮਾਰਚ 2022 ਤੱਕ ਦਾ ਹੈ ਜੀ। ਤਾਂ ਠੀਕ ਹੈ ਨਾ। ਤਾਂ ਇਹਦੇ ਵਿੱਚ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਪਰਤਾਂ ਖੁੱਲਦੀਆਂ ਫੇਰ ਪਤਾ ਲੱਗਦਾ ਕਿ RTI ਚ ਕੀ ਕੁਛ ਹੁੰਦਾ ਹੈ, ਕਿੱਦਾਂ ਇਹ ਸਾਰਾ ਕੁਛ ਜਿਹੜਾ ਬਿੱਲਾਂ ਦੇ ਰੂਪ ਦੇ ਵਿੱਚ ਅਗਾਂਹ ਮੀਡੀਆ ਚ ਪਰੋਸਿਆ ਜਾਂਦਾ, ਫਿਰ ਉੱਥੋਂ ਗਾਂਹ ਕੋਟ ਕਰ ਕਰਕੇ ਸਾਰੀਆਂ ਚੀਜ਼ਾਂ ਅੱਗੇ ਵੱਧਦੀਆਂ ਨੇ। ਪਰ ਮੇਨ ਗੱਲ ਹੈ ਕਿ ਚੰਨੀ ਦਾ ਖਰਚਾ ਤੇ 50 ਲੱਖ ਸੀ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਜਿਹੜਾ ਜ਼ਿਆਦਾ ਹੈ। ਪਰ ਜੇ ਉਹਨੂੰ ਮਲਟੀਪਲਾਈ ਕਰ ਲਓ ਕਿ ਮਾਨ ਸਾਹਿਬ ਦੇ ਤਾਂ ਮਾਰਚ ਦੇ ਵਿੱਚ ਦੇ ਨਹੀਂ ਸਾਰੇ 14-15 ਸੀ, 16 ਮਾਰਚ ਤੋਂ, ਤੇ ਉਹਨਾਂ ਦਾ 4.5 ਲੱਖ ਦੇ ਕਰੀਬ ਹੈ। ਤਾਂ ਉਹਨੂੰ ਕਰ ਲਓ ਮਲਟੀਪਲਾਈ ਫਿਰ ਗਿਣ ਕੇ ਹੁਣ ਹਫ਼ਤਿਆਂ ਦੇ ਹਿਸਾਬ ਨਾਲ, ਤੇ ਕਿਸੇ ਵੀ ਹਾਲਤ ਦੇ ਵਿੱਚ ਇਹ ਵੀ ਪਿਛਾੜੀ ਨਹੀਂ ਹੈਗੇ। ਪਰ ਉਹਦੀ ਕੋਈ ਗੱਲ ਨਹੀਂ ਕਰੇਗਾ, ਨਹੀਂ ਕਰਦਾ ਕੋਈ ਗੱਲ। ਸਭ ਸੈਟਿੰਗ ਹੈ ਯਾਰ, ਸਭ ਸੈਟਿੰਗ ਚੱਲ ਰਹੀ ਹੈ ਉਹਦੇ ਤੋਂ। ਖੈਰ ਚਲੋ, ਇਹ ਇੱਕ ਤਾਂ ਮਾਮਲਾ ਇਹ ਸੀਗਾ। ਫਿਰ ਦੂਸਰਾ ਟਵਿਸਟ ਇਹ ਆਇਆ ਵਾ ਕਿ ਜਿਹੜਾ ਸ਼ਿਕਾਇਤਕਰਤਾ ਸੀਗਾ ਜਿਹਨੇ ਸ਼ਿਕਾਇਤ ਕੀਤੀ ਚੰਨੀ ਜੀ ਦੇ ਖਿਲਾਫ, ਤੇ ਉਹ ਹੁਣ ਮੁੱਕਰ ਗਿਆ। ਹਾਂਜੀ, ਉਹ ਮੁੱਕਰ ਗਿਆ, ਕਹਿੰਦਾ ਮੈਂ ਤੇ ਸ਼ਿਕਾਇਤ ਦਿੱਤੀ ਹੋਈ ਨਹੀਂ। ਸ਼ਿਕਾਇਤ ਕਿਹੜਾ ਦੇ ਗਿਆ ਬਈ? ਸ਼ਿਕਾਇਤ ਕੌਣ ਦੇ ਗਿਆ? ਇੱਕ ਬਹੁਤ ਵੱਡਾ ਸਵਾਲ ਆ ਕਿ ਵਿਜੀਲੈਂਸ ਨੂੰ ਸ਼ਿਕਾਇਤ ਐ ਨਹੀਂ ਹੈ ਕਿ ਬਾਲ ਉੱਥੇ ਗੁੱਲੀ ਡੰਡਾ ਖੇਡਦੇ ਇੱਕ ਨੇ ਗੁੱਲ ਲਾਇਆ, ਦੂਜਾ ਚੁੱਪਣ ਗਿਆ, ਉਹ ਡਿੱਗ ਪਿਆ ਤੇ ਉਹਨੇ ਉੱਠ ਕੇ ਤੇ ਸ਼ਿਕਾਇਤ ਕਰ ਦਿੱਤੀ ਵਿਜੀਲੈਂਸ। ਜੀ ਬਿਲਕੁਲ, ਏਦਾਂ ਥੋੜੀ ਹੁੰਦਾ ਹੈ। ਇਹ ਕੀ ਚੱਲ ਰਿਹਾ? ਤਮਾਸ਼ਾ ਚੱਲ ਰਿਹਾ ਉਰੇ ਪੰਜਾਬ ਦੇ ਵਿੱਚ। ਕਿ ਪਹਿਲਾਂ ਤਾਂ RTI ਦੇ ਵਿੱਚ ਵੀ ਤੁਸੀਂ ਇਹ ਚੰਗੀ ਤਰ੍ਹਾਂ ਲਿਖੋ, ਉਭਾਰ ਕੇ ਲਿਖੋ ਕਿ 3 ਮੁੱਖ ਮੰਤਰੀਆਂ ਦਾ ਲੇਖਾ ਜੋਖਾ, ਵੀ ਇੱਕ ਚ ਤਾਂ ਬਹੁਤ ਜ਼ਿਆਦਾ ਹੈ। ਜੀ
50 ਲੱਖ ਦਾ ਖਰਚਾ ਹੈ, ਪਰ ਦੂਸਰੇ ਨੂੰ ਵੀ ਕਿਉਂ ਛੱਡ ਰਹੇ ਹੋ ਜਿਹਦਾ 16 ਮਾਰਚ ਤੋਂ ਟੈਨਿਓਰ ਸ਼ੁਰੂ ਹੁੰਦਾ ਹੈ ਤੇ 31 ਮਾਰਚ ਤੱਕ ਹੀ ਜਿਹਦਾ 5 ਲੱਖ ਖਰਚਾ ਆ ਗਿਆ, ਕਿੰਨੇ ਦਿਨ ਆਫਿਸ ਬੈਠਾ ਹੋਏਗਾ। ਜੀ ਜੀ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਕੁਝ ਸ਼ੱਕ ਪੈਦਾ ਕਰਦੀਆਂ ਨੇ। ਸੋ ਲਿਹਾਜ਼ਾ ਇਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਐਸਸੀਪੀਸੀ ਦੇ ਜਿਹੜੇ ਹੈਗੇ ਆ ਐਸਸੀ ਭਾਈਚਾਰੇ ਵਾਲੇ, ਇਹਨਾਂ ਨੇ ਵੀ ਇਹ ਹੱਕ ਦੇ ਵਿੱਚ ਕਿਹਾ ਕਿ ਇਹ ਜਿਹੜਾ ਚਰਨਜੀਤ ਚੰਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇਹ ਕਮਿਊਨਿਟੀ ਨੂੰ ਬਦਨਾਮ ਕੀਤਾ ਜਾ ਰਿਹਾ। ਦੇਖੋ ਮੈਂ ਇਹਨਾਂ ਦੇ ਨਾਲ ਇਸ ਗੱਲ ਤੋਂ ਮੁਤਫਿਕ ਨਹੀਂ ਹਾਂ ਕਿ ਕਿਸੇ ਵੀ ਚੀਜ਼ ਦੇ ਵਿੱਚ ਜਾਤੀਵਾਦ ਨਹੀਂ ਵੜਨਾ ਚਾਹੀਦਾ। ਠੀਕ ਆ, ਉਹ ਐਸਸੀ ਭਾਈਚਾਰੇ ਚੋਂ ਆਏ, ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਸੀ, ਸਵਾਗਤ ਕੀਤਾ ਸੀ। ਅਸੀਂ ਤੇ ਸਗੋਂ ਸੋਚਦੇ ਸਾਂ ਕਿ ਜਿਹੜਾ ਕਾਂਗਰਸ ਨੇ ਵਾਅਦਾ ਕੀਤਾ 5-5 ਮਰਲੇ ਪਲਾਟ ਵਾਲਾ, ਉਹ ਵੀ ਪੂਰਾ ਹੋ ਜਾਏਗਾ ਜੀ। ਅਸੀਂ ਤਾਂ ਸੋਚਦੇ ਸਾਂ ਕਿ ਬਈ ਐਸਸੀ ਭਾਈਚਾਰੇ ਦੀ ਜਿਹੜੀ ਸੰਵਿਧਾਨਕ ਤੌਰ ਤੇ ਜੋ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਜੋ ਦਰਜ ਹੈ ਸੰਵਿਧਾਨ ਦੇ ਵਿੱਚ, ਜੋ ਉਹਨਾਂ ਨੂੰ ਜ਼ਮੀਨ ਦਿੱਤੀ ਜਾਣੀ ਚਾਹੀਦੀ ਹੁੰਦੀ ਹੈ ਪੰਚਾਇਤਾਂ 'ਚ ਬੋਲੀ ਦੇ ਰਾਹੀਂ, ਉਹ ਡਮੀ ਬੋਲੀਆਂ ਬੰਦ ਹੋ ਕੇ ਉਹਨਾਂ ਨੂੰ ਹੱਕ ਦਿੱਤਾ ਜਾਏਗਾ, ਇਹਨਾਂ ਦਾ ਸ਼ੋਸ਼ਣ ਰੋਕਿਆ ਜਾਏਗਾ। ਅਸੀਂ ਤੇ ਉਮੀਦਾਂ ਲਾ ਕੇ ਬੈਠੇ ਸਾਂ ਉਲਟਾ, ਪਰ ਖੈਰ ਇਹਨਾਂ ਨੇ ਚਲੋ ਹੱਕ ਦੇ ਵਿੱਚ ਕਿਹਾ ਕਿ ਬਈ ਭਗਵੰਤ ਮਾਨ ਜਿਹੜੇ ਉਹ ਟਾਰਗੇਟ ਕਰ ਰਹੇ ਨੇ ਜਾਣ ਕੇ। ਦੂਸਰੇ ਪਾਸੇ ਕਿਹਾ ਕਿ ਦਲਿਤ ਸਮਾਜ ਨੂੰ ਸਾਜ਼ਿਸ਼ ਦੇ ਤਹਿਤ ਬਦਨਾਮ ਕੀਤਾ ਜਾ ਰਿਹਾ। ਉਹ ਕਹਿੰਦੇ ਅਰੂਸਾ ਦਾ ਜੂਸ, ਕੈਪਟਨ ਦੀ ਸ਼ਰਾਬ ਦਾ ਬਿੱਲ ਵੀ ਵਿੱਚ ਜੋੜੋ। ਗੱਲ ਤੇ ਉਹਨਾਂ ਦੀ ਹੁਣ ਠੀਕ ਹੈ, ਦਰੁਸਤ ਹੈ, ਗੱਲ ਤੇ ਇਹ ਦਰੁਸਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਨਾਲ ਇਹਨਾਂ ਨੇ ਜਿਹੜੀ ਸਫਾਈ ਦਿੱਤੀ ਹੈ, ਇਹ ਕਹਿੰਦੇ ਆ ਕਿ ਆਰਟੀਆਈ ਦੇ ਵਿੱਚ ਸਪਸ਼ਟ ਲਿਖਿਆ ਕਿ ਚੰਨੀ ਦੇ 3 ਮਹੀਨਿਆਂ ਦੇ ਦੌਰਾਨ ਜਿਹੜਾ ਇਹ ਹੈਗਾ ਖਰਚ 16 ਲੱਖ ਰੁਪਏ ਖਰਚਾ ਹੈ। ਇਹ 16 ਲੱਖ ਦੱਸ ਰਹੇ ਨੇ, ਜਦ ਕਿ ਜੇ ਤੁਸੀਂ ਉਹ ਦੇਖੋਗੇ ਆਰਟੀਆਈ ਤਾਂ ਉਹਦੇ ਵਿੱਚ ਅਲੱਗ-ਅਲੱਗ ਹੈ। ਮੈਂ ਜਿਵੇਂ ਦੱਸਿਆ ਕਿ 3 ਮੁੱਖ ਮੰਤਰੀਆਂ ਦਾ ਅਲੱਗ-ਅਲੱਗ ਹੈ। ਉਹਦੇ 'ਚ ਤਾਂ ਸਾਫ਼ ਹੈ ਕਿ ਜਿਸ ਬੰਦੇ ਨੇ ਕੰਮ ਹੀ ਨਹੀਂ ਕਰਨਾ ਉਹਦਾ ਖਰਚਾ ਕੀ ਹੋਏਗਾ। ਜੀ, ਅਮਰਿੰਦਰ ਸਿੰਘ ਦਾ ਖਰਚਾ ਕਰਦਾ ਸੀਗਾ ਬਾਹਰ, ਜਦੋਂ ਉਹਨੇ ਦਫ਼ਤਰ 'ਚ ਬੈਠਣਾ ਹੀ ਨਹੀਂ ਹੈ, ਜਦੋਂ ਉੱਥੇ ਕੋਈ ਉੱਥੇ ਤੇ ਹੋਣਾ ਹੀ ਨਹੀਂ ਹੈ, ਉਹ ਤੇ ਉੱਥੇ ਆਪਣੀਆਂ ਮਹਿਫਲਾਂ ਰੰਗੀਨ ਕਰਦਾ ਸੀ। ਖੈਰ ਇਹਨਾਂ ਦੇ ਇਹ ਇਸ ਤਰ੍ਹਾਂ ਦੇ ਕਹਿ ਲਓ ਕਿ ਦਾਅਵੇ ਵੀ ਹੈ ਤੇ ਇਸ ਤਰ੍ਹਾਂ ਦੇ ਇਤਰਾਜ਼ ਵੀ ਹੈ, ਜਿਨ੍ਹਾਂ ਤੇ ਹੁਣ ਦੇਖੋ ਕਿ ਆਮ ਆਦਮੀ ਪਾਰਟੀ ਕੋਈ ਜਵਾਬ ਦਿੰਦੀ ਹੈ ਕਿ ਨਹੀਂ। ਪਰ ਇਹ ਮਸਲਾ ਜਿਹੜਾ ਉਹ ਕਹਿ ਲਓ ਕਿ ਥੋੜਾ ਜਿਹਾ ਸ਼ੱਕੀ, ਅੱਜ ਉਹ ਸ਼ਿਕਾਇਤ ਕਰਕੇ ਤੇ ਬਿਲਕੁਲ ਬਣ ਗਿਆ ਨਾ। ਤੇ ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਇਕੱਲੇ ਪਏ ਹੋਏ ਸੀ, ਇਕੱਲੇ ਜੇ ਪੈ ਗਏ ਸੀਗੇ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਅੱਜ ਉਹ ਜਿਹੜੀ ਸ਼ਿਕਾਇਤ ਦੇ ਵਿੱਚ ਪਲਟੀ ਵੱਜੀ ਆ, ਉਹਨੇ ਕਿਤੇ ਨਾ ਕਿਤੇ ਚੰਨੀ ਸਾਹਿਬ ਨੂੰ ਜ਼ਰੂਰ ਫਾਇਦਾ ਪਹੁੰਚਾ ਦਿੱਤਾ, ਮੇਰਾ ਇਹ ਮੰਨਣਾ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਭਾਈ ਗਰੇਵਾਲ ਸਾਹਿਬ ਦੇ ਬਿਆਨ ਦੀ। ਉਹਨਾਂ ਨੇ ਕਿਹਾ ਕਿ ਸੰਗਤਾਂ ਨੂੰ ਗੋਲਕਾਂ ਦੇ ਵਿੱਚ ਪੈਸੇ ਪਾਉਣ ਤੋਂ ਜਿਹੜਾ ਰੋਕਣ ਦਾ ਬਿਆਨ ਦਿੱਤਾ ਸੀਐਮ ਸਾਹਿਬ ਨੇ, ਇਹ ਬੌਧਿਕ ਕੰਗਾਲੀ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ। ਹਾਂਜੀ, ਦੇਖੋ ਗੱਲ ਕੀ ਹੈ ਕਿ ਇਹ ਤੇ ਆਪਾਂ ਵੈਸੇ ਵੀ ਦੇਖਦੇ ਹੁੰਦੇ ਆ ਨਾ ਕਿ ਕਈ ਵਾਰ ਸੋਸ਼ਲ ਮੀਡੀਆ ਤੇ ਬੜੀ ਇੱਕ ਪਰਸੈਪਸ਼ਨ ਸਾਨੂੰ ਵੇਖਣ ਨੂੰ ਮਿਲਦੀ ਹੈ ਕਿ ਗੋਲਕਾਂ 'ਚ ਪੈਸਾ ਨਾ ਪਾਓ, ਤੇ ਫਿਰ ਗੁਰੂ ਕੇ ਲੰਗਰ ਦੇ ਵਿੱਚੋਂ ਗਰੀਬਾਂ ਦੇ ਪੇਟ 'ਚ ਲੰਗਰ ਵੀ ਕਿੱਥੋਂ ਪਏਗਾ ਨਾ। ਇਹ ਵੀ ਤਾਂ ਸੋਚਣ ਵਾਲੀ ਗੱਲ ਹੈ ਨਾ ਕਿ ਭਾਈ ਤਾਂ ਸੰਗਤ ਦੇ ਰੂਪ ਦੇ ਵਿੱਚ ਹੀ ਚੱਲਣਾ ਹੈ, ਸਾਰਾ ਕੁਝ ਸਹਿਯੋਗ ਦੇ ਰੂਪ 'ਚ ਹੀ ਚੱਲਣਾ ਹੈ। ਗੱਲ ਇਹ ਹੈ ਕਿ ਮਾਨ ਸਾਹਿਬ ਨੇ ਵੀ ਪਿਛਲੇ ਦਿਨ ਹੀ ਤੁਹਾਨੂੰ ਪਤਾ ਹੀ ਇਹਨਾਂ ਦਾ ਅੜਿੱਕਾ ਜਿਹੜਾ ਚੱਲ ਰਿਹਾ ਸੀਗਾ ਮੈਡੀਕਲ ਕਾਲਜ ਨੂੰ ਲੈ ਕੇ, ਹੁਣ ਇਹਨਾਂ ਨੇ ਉਹੀ ਗੱਲ ਤਾਂ ਫਿਰ ਦੁਹਰਾ ਕਰ ਦਿੱਤਾ। ਤੇ ਇਹਨਾਂ ਨੇ ਹੁਣ ਦੇਖੋ ਗੱਲ ਕੀ ਹੈ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ, ਇਹਨਾਂ ਦੇ ਸਿੰਘ ਖਾਸੇ ਫਸੇ ਹੋਏ ਨੇ ਮੈਡੀਕਲ ਕਾਲਜ ਨੂੰ ਲੈ ਕੇ। ਉਧਰ ਜੇ ਤੁਸੀਂ ਦੇਖੋਗੇ ਤਾਂ ਸੁਖਬੀਰ ਸਿੰਘ ਬਾਦਲ ਸਤਵੰਤ ਸਿੰਘ ਦੇ ਘਰ ਚਲੇ ਗਏ, ਤਾਂ ਉੱਥੇ ਵੀ ਕਾਫੀ ਜ਼ਿਆਦਾ ਕਹਿ ਲਓ ਕਿ ਇਹਨਾਂ ਨੇ ਕਹਿ ਦਿੱਤਾ ਕਿ ਹੁਣ ਤੁਸੀਂ ਕੱਟੜਪੰਥੀਆਂ ਦੇ ਘਰ ਜਾਣ ਲੱਗ ਪਏ ਹੋ, ਨੇੜਤਾ ਵਧਾ ਰਹੇ ਹੋ। ਫਿਰ ਇਸ ਮਾਮਲੇ 'ਚ ਵੀ ਜੇ ਤੁਸੀਂ ਦੇਖੋਗੇ ਤਾਂ ਜੇ ਆਪਾਂ ਦੇਖੀਏ ਤਾਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੀਸੀ ਕਰਕੇ ਜਿਹੜਾ ਸੀਗਾ ਢੀਂਡਸਾ ਪਰਿਵਾਰ ਤੇ ਇਹਨਾਂ ਨੂੰ ਨਿਸ਼ਾਨੇ ਤੇ ਰੱਖਿਆ, ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਉਸ ਗੱਲ ਦੇ ਵਿੱਚੋਂ ਗੱਲ ਚੁੱਕ ਲਈ। ਹੁਣ ਇਹ ਤਾਂ ਸਿੱਧੇ ਤੌਰ ਤੇ ਕਹਿ ਰਹੇ ਨੇ ਜਾਂ ਅਸਿੱਧੇ ਤੌਰ ਤੇ ਵੀ ਕਹਿ ਦਿੰਦੇ ਨੇ ਕਿ ਭਾਈ ਕਮੇਟੀ ਜਿਹੜੀ ਹੈ ਉਹਦੀ ਦੁਰਵਰਤੋਂ ਹੋ ਰਹੀ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ, ਉਹਦੀ ਦੁਰਵਰਤੋਂ ਕਰ ਰਹੇ ਨੇ, ਇਹ ਭਾਸ਼ਣਾਂ 'ਚ ਪਹਿਲਾਂ ਵੀ ਕਹਿੰਦੇ ਰਹੇ। ਤੇ ਉਹ ਕਿਤੇ ਗੱਲ ਕਹੀ, ਹਾਲਾਂਕਿ ਮੈਂ ਤਾਂ ਸੁਣੀ ਨਹੀਂ ਉਹਦੇ ਵਿੱਚ। ਇਹਨਾਂ ਨੇ ਹੁਣ ਮੋੜਵਾਂ ਜਵਾਬ ਦਿੱਤਾ ਵਾ। ਇਹ ਜਿਹੜੇ ਹੈਗੇ ਨੇ ਗਰੇਵਾਲ ਸਾਹਿਬ, ਇਹ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵੀ ਹੈ, ਅਕਾਲੀ ਲੀਡਰ ਵੀ ਹੈ, ਤੇ ਇਹਨਾਂ ਨੇ ਕਿਹਾ ਕਿ ਜੋ ਗੋਲਕਾਂ ਵਿੱਚ ਪੈਸੇ ਪਾਉਣ ਤੋਂ ਰੋਕਣ ਵਾਲਾ ਬਿਆਨ ਆ, ਇਹ ਸੰਗਤ ਦੀ ਸ਼ਰਧਾ ਨੂੰ ਸੱਟ ਮਾਰਨ ਵਾਲਾ ਹੈ, ਤੇ ਇਹ
ਮੁੱਖ ਮੰਤਰੀ ਦੀ ਬੌਧਿਕ ਕੰਗਾਲੀ ਨੂੰ ਸਾਹਮਣੇ ਲਿਆਉਂਦਾ ਹੈ। ਦੇਖੋ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੈਂ ਤੇ ਕਹਿੰਦਾ ਕਿ ਬਈ ਤੁਸੀਂ ਜਦੋਂ ਵੀ ਇਸ ਤਰ੍ਹਾਂ ਕੋਈ ਕਰਦੇ ਹੋ, ਬਹਿਸ ਮੁਬਾਹਿਸਾ ਕਰਦੇ ਹੋ, ਤਾਂ ਉਹ ਬਿੰਦੂਆਂ ਤੇ ਰਹੋ ਜਿਹੜੇ ਬਿੰਦੂ ਕੰਮ ਹੁੰਦੇ ਆ। ਮੈਡੀਕਲ ਕਾਲਜ ਦਾ ਅੜਿੱਕਾ ਹੈ, ਉਹਦੇ ਵਿੱਚ ਵੇਖੋ ਕਿ ਕਿਹੜੀ ਧਿਰ ਸਹੀ ਹੈ, ਕਿਹੜੀ ਧਿਰ ਗਲਤ ਹੈ। ਲੋਕਾਂ ਤੇ ਫੈਸਲਾ ਛੱਡੋ, ਅਦਾਲਤ ਤੇ ਫੈਸਲਾ ਛੱਡੋ, ਉਹ ਦੇਖਣ ਕਿ ਕੌਣ ਗਲਤ ਹੈ ਕੌਣ ਸਹੀ ਆ। ਪਰ ਮੇਰਾ ਮੰਨਣਾ ਹੈ ਕਿ ਠੀਕ ਆ, ਕਮੀਆਂ ਪੇਸ਼ੀਆਂ ਐਸਜੀਪੀਸੀ ਦੇ ਵਿੱਚ ਹੋਣਗੀਆਂ, ਪ੍ਰਬੰਧ ਚ ਹੋਣਗੀਆਂ, ਐਸਜੀਪੀਸੀ ਚ ਨਹੀਂ, ਪ੍ਰਬੰਧ ਚਲਾਉਣ ਵਾਲਿਆਂ ਚ ਹੈ। ਪਰ ਇਹ ਗੱਲਾਂ ਕਹਿ ਦੇਣੀਆਂ, ਇਹਨਾਂ ਨੂੰ ਸ਼ਾਇਦ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਹੋਏਗਾ। ਜੇ ਨਹੀਂ ਤੇ ਅਸੀਂ ਦੱਸ ਦਈਏ ਕਿ ਜਿਹੜੇ ਬਾਈ ਐਸਜੀਪੀਸੀ ਦੇ ਵਿਦਿਅਕ ਸੰਸਥਾਨ ਨੇ, ਜੇ ਤੁਸੀਂ ਟੋਟਲ ਦੇਖ ਲਓਗੇ ਨਾ, ਉਹ ਇੰਨੇ ਬਣਦੇ ਆ ਕਿ ਆਪਾਂ ਗਿਣਤੀ ਕਰੀਏ ਤਾਂ ਦਰਜਨਾਂ ਚ ਚਲੇ ਜਾਏਗੀ। ਇੱਕ ਯੂਨੀਵਰਸਿਟੀ, 38 ਕਾਲਜ, 52 ਸਕੂਲ, 4 ਐਜੂਕੇਸ਼ਨਲ ਟਰਸਟ, ਇੱਕ ਮੈਡੀਕਲ ਯੂਨੀਵਰਸਿਟੀ। ਮੈਂ ਦੁਬਾਰਾ ਗਿਣਾ ਦੇਣਾ, ਤੁਹਾਨੂੰ ਵੀ ਚੇਤਾ ਰਹੇਗਾ। ਇੱਕ ਯੂਨੀਵਰਸਿਟੀ, 38 ਕਾਲਜ, 52 ਸਕੂਲ, 4 ਐਜੂਕੇਸ਼ਨਲ ਟਰਸਟ, ਇੱਕ ਮੈਡੀਕਲ। ਇਹ ਤੁਸੀਂ ਦੇਖ ਲਓ ਦਰਜਨਾਂ ਚ ਚਲੇ ਜਾਣਗੇ ਜੀ। ਹੁਣ ਇਹਨਾਂ ਦੇ ਵਿੱਚ ਜੋ ਬੱਚੇ ਪੜ੍ਹਦੇ ਆ ਜਾਂ ਜਿਹੜੇ ਪੜ੍ਹਾ ਰਹੇ ਨੇ, ਉਹ ਕਿਵੇਂ ਚੱਲਣਗੇ? ਪੜ੍ਹਾਈ ਕਿੱਦਾਂ ਚੱਲੇਗੀ ਤੇ ਪੜਾਉਣ ਵਾਲੇ ਕਿੱਦਾਂ ਚੱਲਣਗੇ, ਉਹਨਾਂ ਦੇ ਘਰ ਕਿੱਦਾਂ ਚੱਲਣਗੇ? ਉਹ ਸਾਰੇ ਇਹਨਾਂ ਚੀਜ਼ਾਂ ਨਾਲ ਹੀ ਚੱਲਦੇ ਨੇ ਜੀ। ਹਾਂ, ਅਸੀਂ ਇਹ ਕਹਿ ਸਕਦੇ ਹਾਂ ਬਈ ਆਪਣੀਆਂ ਜੋ ਪ੍ਰਬੰਧਕਾਂ ਦੀਆਂ ਕਮੀਆਂ ਪੇਸ਼ੀਆਂ ਉਹ ਦੂਰ ਕਰ। ਪਰ ਜੇ ਅਸੀਂ ਉੱਠ ਕੇ ਕਹੀਏ ਤਾਂ ਫਿਰ ਸਾਨੂੰ ਇਹ ਵੀ ਵੇਖਣਾ ਪਏਗਾ ਨਾ ਕਿ ਇਹ ਜਿਹੜੇ ਇਸ ਤਰ੍ਹਾਂ ਚੱਲਦੇ ਪਏ ਨੇ, ਗੁਰੂ ਕੇ ਲੰਗਰ ਚੱਲਦੇ ਨੇ, ਗੁਰੂ ਘਰਾਂ ਦੇ ਪ੍ਰਬੰਧ ਚੱਲਦੇ ਨੇ, ਇਸ ਤਰ੍ਹਾਂ ਦੇ ਸੰਸਥਾਨ ਚੱਲਦੇ ਆ, ਕੀ ਅਸੀਂ ਕਾਂਟਾ ਮਾਰ ਦਈਏ ਇਹਨਾਂ ਤੇ? ਜੀ ਜੀ। ਤੇ ਫਿਰ ਅਸੀਂ ਕਿਹੜੇ ਮੂੰਹ ਨਾਲ ਕਹਿੰਦੇ ਆ ਕਿ ਸਿੱਖਾਂ ਦੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਤੱਕ ਲੈ ਕੇ ਜਾਓ ਜੀ, ਉਹਨਾਂ ਨੂੰ ਆਈਐਸ ਤੱਕ ਬਣਾਓ, ਉਹਨਾਂ ਵਾਸਤੇ ਕੋਚਿੰਗ ਅਕੈਡਮੀਆਂ ਖੋਲੋ? ਤੇ ਅਸੀਂ ਮਤਲਬ ਕਿ ਦੋਗਲਾਪੰਥੀ ਵਰਤ ਰਹੇ ਆ ਕਿਤੇ ਨਾ ਕਿਤੇ। ਖੈਰ, ਇਹ ਨਹੀਂ ਹੋਣਾ ਚਾਹੀਦਾ। ਜਿਹੜੀ ਸਿਆਸਤ ਦੀ ਚਲੋ ਬਹਿਸ ਆ, ਉਹਦੇ ਵਿੱਚ ਬਥੇਰਾ ਕੁਛ ਇੱਕ ਦੂਜੇ ਨੂੰ ਕਿਹਾ ਜਾਂਦਾ ਟਾਰਗੇਟ ਕਰਕੇ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੱਖ ਕਮੀਆਂ ਪੇਸ਼ੀਆਂ ਕਿਸੇ ਪ੍ਰਬੰਧ ਚ ਹੋ ਸਕਦੀਆਂ। ਤੇ ਇਹ ਤਾਂ ਆਪਾਂ ਨੂੰ ਵੀ ਪਤਾ, ਸਰਕਾਰਾਂ ਚ ਵੀ 100% ਸਹੀ ਨਹੀਂ ਹੁੰਦਾ, ਪ੍ਰਬੰਧਾਂ ਚ ਵੀ 100% ਸਹੀ ਨਹੀਂ ਹੁੰਦਾ। ਪਰ ਇਹ ਆਪਾਂ ਕਹਿ ਦਈਏ ਕਿ ਕੋਈ ਉੱਥੇ ਪੈਸਾ ਨਾ ਦੇਵੇ, ਕੋਈ ਧੇਲਾ ਨਾ ਦੇਵੇ, ਇਹਦਾ ਮਤਲਬ ਆਪਾਂ ਕਹਿ ਰਹੇ ਹਾਂ ਕਿ ਸਿੱਖਾਂ ਦੇ ਜਿਹੜੇ ਸੰਸਥਾਨ ਜਿਹੜੇ ਬਚੇ ਖੁਚੇ ਆ, ਉਹਨਾਂ ਦਾ ਵੀ ਘਾਣ ਹੋ ਜਾਵੇ ਜੀ। ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਐਮਪੀ ਰਵਨੀਤ ਬਿੱਟੂ ਦੀ। ਜੇਲ੍ਹ ਦੇ ਵਿੱਚ ਦੂਜੀ ਵਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਮੁਲਾਕਾਤ ਕੀਤੀ ਹੈ ਜੀ। ਦੇਖੋ, ਇਹ ਤੇ ਸਾਫ਼ ਹੈ ਨਾ ਕਿ ਕਿਤੇ ਨਾ ਕਿਤੇ ਧੜੇਬੰਦੀ ਚੱਲਦੀ ਹੈ ਕਾਂਗਰਸ ਦੇ ਵਿੱਚ। ਹੁਣ ਜਿਵੇਂ ਜਿਵੇਂ ਸਿੱਧੂ ਦੀ ਰਿਹਾਈ ਨੇੜੇ ਆ ਰਹੀ ਹੈ, ਹਾਲਾਂਕਿ 26 ਜਨਵਰੀ ਨੂੰ ਕਹਿੰਦੇ ਆ ਕਿ ਰਿਹਾਈ ਨਹੀਂ ਹੋਏਗੀ। ਅੱਜ ਇੱਕ ਅਖਬਾਰ ਨੇ ਦਾਅਵਾ ਠੋਕ ਦਿੱਤਾ, ਪਰ ਸਾਡੀ ਜਾਚੇ ਤਾਂ ਸਾਡੀ ਨਜ਼ਰੇ ਤਾਂ ਐਸਾ ਕੁਝ ਨਹੀਂ ਹੋਣਾ ਚਾਹੀਦਾ। ਵੈਸੇ ਹੋ ਜਾਣੀ ਚਾਹੀਦੀ ਹੈ ਰਿਹਾਈ, ਕੋਈ ਵੱਡੀ ਗੱਲ ਨਹੀਂ ਹੈ। ਜੇ ਸਰਕਾਰ ਚਾਹੇ ਤਾਂ ਰਿਹਾਈ ਹੋ ਸਕਦੀ ਹੈ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋ ਕਿ ਭਾਰਤ ਜੋੜੋ ਯਾਤਰਾ ਆ ਰਹੀ ਹੈ, ਤੀਸਰੇ ਪਾਸੇ ਕੀ ਹੈ ਕਿ ਨਿਗਮ ਇਲੈਕਸ਼ਨ ਵੀ ਆ ਜਾਣੇ ਆ। ਹਾਲ ਦੀ ਘੜੀ ਤਾਂ ਕਹਿ ਲਓ ਕਿ 2-3 ਮਹੀਨੇ ਤਾਂ ਆਪਾਂ ਨਹੀਂ ਵੇਖਾਂਗੇ, ਪਰ ਉਸ ਤੋਂ ਬਾਅਦ ਨਿਗਮ ਇਲੈਕਸ਼ਨ ਵੀ ਆ ਜਾਣੇ ਆ। ਲੁਧਿਆਣਾ ਨਿਗਮ ਇੱਕ ਇਸ ਤਰ੍ਹਾਂ ਦਾ ਨਿਗਮ ਹੈ ਕਿ ਜਿੱਦਾਂ ਆਪਾਂ ਕਹਿ ਲਾਂਗੇ ਕਿ ਇੱਥੋਂ ਬਹੁਤ ਕੁਝ ਤੈਅ ਹੁੰਦਾ ਹੈ ਜੀ। ਤਾਂ ਵੈਸੇ ਵੀ ਭਾਰਤ ਭੂਸ਼ਣ ਆਸ਼ੂ ਦੀ ਰਵਨੀਤ ਬਿੱਟੂ ਦੇ ਨਾਲ ਬਹੁਤ ਗੂੜੀ ਯਾਰੀ ਹੈ। ਸਾਰੀਆਂ ਚੀਜ਼ਾਂ ਨੂੰ ਤੁਸੀਂ ਜੋੜ ਕੇ ਦੇਖ ਸਕਦੇ ਹੋ। ਯਾਰੀਆਂ ਵੀ ਪੁਗਾਈਆਂ ਜਾਂਦੀਆਂ ਨੇ ਕਈ ਵਾਰ, ਤੇ ਕਈ ਵਾਰ ਸਿਆਸੀ ਚਰਚਾਵਾਂ ਵੀ ਹੁੰਦੀਆਂ। ਹਾਲਾਂਕਿ ਜੇ ਤੁਸੀਂ ਦੇਖੋਗੇ ਤਾਂ ਰਵਨੀਤ ਬਿੱਟੂ ਨੇ ਸਿੱਧੂ ਦੇ ਨਾਲ ਮੁਲਾਕਾਤ ਨਹੀਂ ਕੀਤੀ। ਇਹ ਤੋਂ ਹੀ ਸਾਫ਼ ਜ਼ਾਹਰ ਹੋ ਜਾਂਦਾ ਹੈ ਇਹਨਾਂ ਦੀ ਖੇਮੇਬਾਜ਼ੀ ਜਿਹੜੀ ਹੈ, ਧੜੇਬੰਦੀ ਹੈ ਜਿਹੜੀ, ਉਹ ਇਸੇ ਗੱਲ ਤੋਂ ਹੀ ਪ੍ਰਤੱਖ ਤੌਰ ਤੇ ਜ਼ਾਹਰ ਹੋ ਜਾਂਦੀ ਹੈ ਕਿ ਰਵਨੀਤ ਬਿੱਟੂ ਇੱਕ ਮਰਤਬਾ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਟਿਆਲਾ ਜੇਲ੍ਹ 'ਚ ਨਹੀਂ ਪਹੁੰਚੇ, ਪਰ ਆਪਣੇ ਯਾਰ ਦੀ ਖਾਤਰ ਤਾਂ ਉਹ ਮਤਲਬ ਕਿ ਜਾ ਰਹੇ ਨੇ ਉੱਥੇ। ਦੂਜੀ ਵਾਰ ਵੀ ਗਏ। ਤੇ ਹਾਲ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਭਾਰਤ ਭੂਸ਼ਣ ਆਸ਼ੂ ਦਾ ਰਾਈਟ ਹੈਂਡ ਇੰਦੀ ਜਿਹੜਾ, ਉਹ ਵੀ ਸਰੈਂਡਰ ਕਰ ਗਿਆ ਜੀ। ਉਸ ਤੋਂ ਪਹਿਲਾਂ ਪੀਏ ਵੀ ਸਰੈਂਡਰ ਕਰ ਗਿਆ। ਤਾਂ ਕਈ ਵਾਰ ਕੇਸ ਦੇ ਮੁਤਲਕ ਵੀ ਚਰਚਾ ਹੋ ਜਾਂਦੀ ਹੈ। ਸੋ ਪਤਾ ਨਹੀਂ ਕਿਵੇਂ ਤਾਂ ਉਹ ਗਏ ਨੇ, ਉਹ ਕਿਹੜੀ ਚਰਚਾ ਨੂੰ ਗਏ ਨੇ, ਪਰ ਇਹ ਜ਼ਰੂਰ ਹੈ ਕਿ ਉਹਨਾਂ ਦੇ ਨਿੱਜੀ ਤਾਲੁਕਾਤ ਬਹੁਤ ਗੂੜੇ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਜੀਐਸਟੀ ਕਲੈਕਸ਼ਨ ਦੀ। ਜੀਐਸਟੀ ਕਲੈਕਸ਼ਨ ਤਾਂ ਜ਼ਰੂਰ ਵਧੀਆ, ਪਰ ਦੂਜੇ ਮਾਲੀਏ ਦੇ ਵਿੱਚ ਚਿੰਤਾ ਹੈ। ਹਾਂਜੀ, ਦੇਖੋ ਆਪਣੇ ਕੋਲ ਕੀ ਹੁੰਦਾ ਹੈ, ਜਿੱਦਾਂ ਹੁਣ ਜੀਐਸਟੀ ਲੱਗਣ ਤੋਂ ਬਾਅਦ ਕਿ ਸਾਡੇ ਸਟੇਟਾਂ ਕੋਲ ਸੀਮਤ ਜੇ ਇਹ ਟੈਕਸੀਏਸ਼ਨ ਦੇ ਅਸਾਸੇ ਹੁੰਦੇ ਨੇ ਜਿਨ੍ਹਾਂ ਤੋਂ ਮਾਲੀਆ ਪ੍ਰਾਪਤ ਹੁੰਦਾ ਹੈ। ਤਾਂ ਉਹਦੇ ਵਿੱਚ ਕੀ ਹੈ ਕਿ ਸਾਨੂੰ ਆਲ ਰਾਉਂਡ ਅੱਛਾ ਪਰਫਾਰਮ ਕਰਨਾ ਪਵੇਗਾ, ਤਦੇ ਹੀ ਅਸੀਂ ਪੈਰਾਂ ਤੇ ਖਲੋ ਸਕਦੇ ਹਾਂ।
ਜੇ ਜੀ ਆਰਥਿਕ ਪੱਖ ਦੀ ਗੱਲ ਕਰੀਏ। ਜੀ ਇਹ ਏਦਾਂ ਕਮਲ ਘੋਟਣਾ ਰਾਜਨੀਤੀ ਨੇ ਤੋਂ ਜਿੱਦਾਂ ਮਰਜ਼ੀ ਘੋਟੀ ਜਾਣ, ਜਿੱਦਾਂ ਮਰਜ਼ੀ ਉਹ ਦਾਅਵੇ ਕਰੀ ਜਾਣ, ਉਹ ਤਾਂ ਸਭ ਗੱਲਾਂ ਹੁੰਦੀਆਂ ਨੇ। ਵੈਸੇ ਜੇ ਆਪਾਂ ਦੇਖੀਏ ਤੇ ਇਹ ਵੀ ਆਇਆ ਆਰਟੀਆਈ ਦੇ ਵਿੱਚ ਕਿ ਹਿਸਾਬ ਲਾ ਲਓ ਕਿ 150 ਰੁਪਏ ਵਾਲੀ ਪਾਣੀ ਦੀ ਬੋਤਲ ਇਸਤੇਮਾਲ ਹੋਈ ਹੈ, ਜੀ ਜਦ ਕਿ ਇੱਥੇ ਸਾਡੇ ਵਰਗਾ ਬਿਸਲੇਰੀ ਦਾ ਉਹ ਹਰਿਆ ਜਿਹਾ ਜਿਹੜਾ ਫੀਤਾ ਜਿਹਾ ਹੁੰਦਾ ਨਾ, ਭਾਵੇਂ ਉਹ ਡੁਪਲੀਕੇਟ ਹੀ ਹੋਵੇ, ਉਹ ਵੀ ਵਿਖਾਉਣ ਲਈ ਸੈਲਫੀ ਖਿੱਚਦਾ ਹੈ, ਭਾਵੇਂ ਉਹ ਬਿਸਲਾਰੀ ਹੋਵੇ ਕੋਈ ਕੰਪਨੀ, ਵੀ ਇਹ ਆ ਜਾਵੇ ਕਿ ਇਹਨੇ ਪਾਣੀ ਦੀ ਬੋਤਲ ਬਿਸਲੇਰੀ 20 ਰੁਪਈਆਂ ਵਾਲੀ ਫੜੀ ਆ, ਕਿਤੇ ਉਹ ਪਾਸੇ ਨਾ ਰਹਿ ਜੇ ਮੋਬਾਈਲ ਦੇ ਕੰਢਿਆਂ ਤੋਂ ਵਿੱਚ ਲਿਆਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਅਸੀਂ ਪਾਣੀ ਜਿਹੜਾ ਹੈ ਉਹ ਮਿਨਰਲ ਪੀਂਦੇ ਆ, ਇੱਥੇ ਹਿਮਾਲੀਅਨ ਪਾਣੀ ਚੱਲਦਾ ਜੀ। ਏਦਾਂ ਨਹੀਂ ਕਰਜ਼ੇ ਲੈਂਦੇ ਹੁੰਦੇ ਸਟੇਟਾਂ ਦੇ, ਏਦਾਂ ਨਹੀਂ ਸਾਰਾ ਕੁਝ ਠੀਕ ਹੁੰਦਾ। जो मर्जी कही चलो, हम पंजाब प्रस्त हैं, हम मिट्टी के पूत हैं, कुछ भी करी चलो ड्रामे। ये तुहाडे नौटंकियां दे ਇਹ ਜਿਹੜੇ ਡਰਾਮੇ ਨੇ ਉਹ ਬਹੁਤ ਦਹਾਕਿਆਂ ਤੋਂ ਚੱਲ ਰਹੇ ਆ, ਪਰ ਬਹੁਤੇ ਦਹਾਕੇ ਚੱਲਣਗੇ ਜੀ। ਹੌਲੀ ਹੌਲੀ ਐਕਸਪੋਜ਼ ਹੋ ਜਾਓਗੇ, ਹੌਲੀ ਹੌਲੀ ਸਾਈਡ ਲਾਈਨ ਹੋ ਜਾਓਗੇ। ਤਾਂ ਦੇਖੋ ਜੀਐਸਟੀ ਦਾ ਨੈਟ ਕਲੈਕਸ਼ਨ ਜਿਹੜਾ ਆ ਉਹ ਵਧਿਆ ਜ਼ਰੂਰ ਆ ਜੀ, ਉਹ ਜ਼ਰੂਰ ਵਧਿਆ, ਉਹਦੇ ਚ ਇਜ਼ਾਫਾ ਹੈ ਸ਼ਾਇਦ 21.55% ਦਾ। ਤਾਂ ਇਸ ਮਹੀਨੇ ਜੀਐਸਟੀ ਦੀ ਜਿਹੜੀ ਕਲੈਕਸ਼ਨ ਹੈ ਉਹ ਹੋਈ ਹੈ 1354 ਕਰੋੜ, ਜੋ ਪਿਛਲੇ ਸਾਲ ਇਸੇ ਮਹੀਨੇ ਦੀ ਸੀਗੀ ਤਾਂ ਉਹ 1114.49 ਕਰੋੜ, ਭਾਵ 1114 ਕਰੋੜ 49 ਲੱਖ ਰੁਪਏ ਦੀ ਹੋਈ ਸੀਗੀ। ਇਹਦੇ ਮੁਕਾਬਲੇ ਮਤਲਬ ਕਿ ਪਰਸੈਂਟੇਜ ਦੇ ਹਿਸਾਬ ਨਾਲ ਇਹ ਸਾਰਾ ਕੁਝ ਹੋ ਗਿਆ ਜੀ। ਪਰ ਜੇ ਆਪਾਂ ਦੂਸਰੇ ਪਾਸੇ ਦੇਖੀਏ, ਇਹ ਤਾਂ ਹੋ ਗਿਆ ਨਾ ਕਿ ਚਲੋ ਜੀਐਸਟੀ ਦੇ ਵਿੱਚ, ਔਰ ਜੀਐਸਟੀ ਦੇ ਵਿੱਚ ਮੈਂ ਤੁਹਾਨੂੰ ਸ਼ਾਇਦ ਦੱਸਿਆ ਵੀ ਸੀਗਾ, ਜੇ ਨਹੀਂ ਤਾਂ ਮੈਂ ਦੁਹਰਾ ਦਿੰਦਾ ਕਿ ਅਸੀਂ ਮੰਨਦੇ ਹਾਂ ਕੋਵਿਡ ਨੂੰ ਬੇਸ ਈਅਰ, ਉਹ ਵੀ ਉਦੋਂ ਕੰਮ ਮਾਈਨਸ ਚ ਜਾਂ ਬਿਲਕੁਲ ਸਿਫਰ ਤੋਂ ਮੰਨ ਲਓ, ਉਸ ਤੋਂ ਬਾਅਦ 21 ਉਹਦੇ ਚ ਥੋੜਾ ਗਰੋਥ ਵੇਖਣ ਨੂੰ ਮਿਲੇਗਾ, 22 ਦੇ ਵਿੱਚ ਫਿਰ ਤੁਹਾਨੂੰ ਥੋੜਾ ਹੋਰ ਵਾਧਾ ਵੇਖਣ ਨੂੰ ਮਿਲੇਗਾ, ਪਰ ਅਸਲ ਦੇ ਵਿੱਚ 23 ਚ ਹੋਏਗਾ ਤੁਹਾਡਾ ਇਮਤਿਹਾਨ ਜੀ, ਚਾਹੇ ਉਹ ਇੰਡੀਆ ਗਵਰਨਮੈਂਟ ਹੈ ਚਾਹੇ ਸਟੇਟ ਗਵਰਨਮੈਂਟ ਹੈ ਕੋਈ ਵੀ, ਕਿ ਉੱਥੇ ਕੀ ਗਰੋਥ ਰੇਟ ਰਹਿੰਦੀ ਹੈ ਤੁਹਾਡੀ। ਹਾਲਾਂਕਿ ਕੋਵਿਡ ਦਾ ਹਾਲੇ ਵੀ ਡਰ ਹੈ ਕਿ ਕੋਈ ਬਲਾ ਹੋਰ ਨਾ ਨਿਕਲ ਆਵੇ, ਵੇਰੀਐਂਟ ਵਗੈਰਾ ਜਿਹਨੂੰ ਇਹ ਕਹਿੰਦੇ ਨੇ। ਤਾਂ ਖੈਰ, ਪਰ ਦੂਸਰੇ ਪਾਸੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਟੈਕਸੇਸ਼ਨ ਮਹਿਕਮੇ ਦੇ ਕਮਿਸ਼ਨਰ ਕੇ ਯਾਦਵ ਜਿਹੜੀ ਗੱਲ ਕਹਿ ਰਹੇ ਆ ਉਹ ਵੇਖਣੀ ਹੋਏਗੀ ਕਿ ਬਈ ਪਿਛਲੇ ਸਾਲ 15,500 ਕਰੋੜ ਰੁਪਏ ਦੀ ਜੀਐਸਟੀ ਕਲੈਕਸ਼ਨ ਹੋਈ ਸੀ ਤੇ ਇਸ ਸਾਲ ਅਸੀਂ 9 ਮਹੀਨਿਆਂ ਚ 13,388 ਕਰੋੜ ਰੁਪਏ ਜੁਟਾ ਲਏ ਨੇ। ਮਤਲਬ ਕਿ ਥੋੜਾ ਕਹਿ ਲਓ ਕਿ ਇਹਦੇ ਚ ਇਜ਼ਾਫਾ ਹੈਗਾ ਆ, ਇਹਦੇ ਚ ਇਜ਼ਾਫਾ ਹੈਗਾ। ਪਰ ਮੈਂ ਜਿੱਦਾਂ ਕਹਿ ਰਿਹਾ ਵਾਂ ਕਿ ਚਲੋ ਇਹ ਤਾਂ ਅੱਛੀ ਗੱਲ ਆ ਔਰ ਵਧੀਆ ਐਫਰਟ ਇਹਨਾਂ ਦੇ ਇਸ ਤਰ੍ਹਾਂ ਹੋਣੇ ਚਾਹੀਦੇ ਆ। ਚੀਮਾ ਸਾਹਿਬ ਦੀ ਇੱਕ ਗੱਲ ਮੈਨੂੰ ਅੱਛੀ ਲੱਗੀ ਆ ਕਿ ਇਹਨਾਂ ਨੇ ਜੀਐਸਟੀ ਚੋਰੀ ਤੇ ਪਹਿਲੀ ਵਾਰੀ ਮੈਂ ਦੇਖਿਆ ਕਿ ਕਿਸੇ ਫਾਈਨੈਂਸ ਮਿਨਿਸਟਰ ਨੇ ਐਕਸ਼ਨ ਲੈਣੇ ਸ਼ੁਰੂ ਕੀਤੇ ਆ। ਇਹ ਬਹੁਤ ਵੱਡੀ ਚੋਰੀ ਸੀਗੀ, ਇਹਦੇ ਬਾਰੇ ਮੈਂ ਬਹੁਤ ਵਾਰੀ ਗੱਲ ਕਰ ਚੁੱਕਾ ਕਿ ਪੰਜਾਬ ਦੇ ਸਭ ਤੋਂ ਵੱਡੇ ਘੁਟਾਲਿਆਂ ਚੋਂ ਇੱਕ ਦੋ ਘੁਟਾਲੇ ਜਿਹੜੇ ਆ ਉਹਨਾਂ ਦੇ ਵਿੱਚੋਂ ਇਹ ਜੀਐਸਟੀ ਚੋਰੀ ਦਾ ਘੁਟਾਲਾ ਬਹੁਤ ਵੱਡਾ ਹੈ, ਬਹੁਤ ਹੀ ਵੱਡਾ ਹੈ। ਤਾਂ ਇਹਨਾਂ ਨੇ ਯਤਨ ਕੀਤੇ ਆ, ਥੋੜਾ ਉਹਦਾ ਵੀ ਹਿਸਾਬ ਕਿਤਾਬ ਜਿਹੜਾ ਉਹ ਲੱਗੇਗਾ ਆਉਣ ਵਾਲੇ ਸਮੇਂ 'ਚ। ਪਰ ਦੂਸਰੇ ਪਾਸੇ ਸਾਡੇ ਕੋਲ ਹੋਰ ਕੀ ਰਹਿ ਗਿਆ? ਇੱਕ ਤੇ ਇਹ ਆ ਕਿ ਜੀਐਸਟੀ ਕਲੈਕਸ਼ਨ ਅਸੀਂ ਕਰਾਂਗੇ ਤਾਂ ਉਹਦੇ ਚੋਂ ਸਾਨੂੰ ਹਿੱਸਾ ਆਏਗਾ ਜੋ ਸਾਡੀ ਹੋਏਗੀ, ਸਟੇਟ ਦੀ ਜੀਐਸਟੀ ਹੋਏਗੀ ਉਹ ਕਿੰਨੀ ਆ ਜਾਂਦੀ ਆ, ਉਹ ਆ ਗਿਆ। ਫਿਰ ਉੱਤੋਂ ਆ ਜਾਂਦਾ ਵੈਟ। ਵੈਟ ਦੀ ਜਿਹੜੀ ਆਮਦਨੀ ਹੈ ਸਾਡੀ ਉਹ ਪਿਛਲੇ ਸਾਲ ਦੇ ਦਸੰਬਰ ਮਹੀਨੇ ਦੇ ਮੁਕਾਬਲੇ ਇਸ ਮਰਤਬਾ 9.59% ਘਟ ਗਈ ਆ। ਮਤਲਬ ਕਿ ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ 10% ਘਟ ਗਈ ਆ। ਦਸੰਬਰ ਮਹੀਨੇ ਚ ਐਤਕੀ 447 ਕਰੋੜ ਆਇਆ, ਜਦ ਕਿ ਪਿਛਲੇ ਸਾਲ ਇਹ 495 ਕਰੋੜ ਸੀ। ਮਤਲਬ ਕਿ ਜੇ ਅਸੀਂ ਇੱਕ ਕਦਮ ਗਾਂਹ ਨੂੰ ਚੱਲਦੇ ਆ ਨਾ ਤਾਂ ਫਿਰ ਦੋ ਕਦਮ ਅਸੀਂ ਪਿਛਾਂ ਨੂੰ ਵੀ ਆ ਜਾਂਦੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ। ਜੀ। ਤਾਂ ਇਹ ਆ ਕਿ ਹੁਣ ਰਜਿਸਟਰੀਆਂ ਵਾਲਾ ਵੀ ਰੈਵਨਿਊ ਹੈ ਜਿਹੜਾ ਉਹ ਵੀ ਇੱਥੇ ਬਹੁਤ ਘੱਟ ਆ ਰਿਹਾ ਵਾ, ਕਿਉਂਕਿ ਰਜਿਸਟਰੀਆਂ ਚੰਗੀ ਤਰ੍ਹਾਂ ਖੁੱਲ ਕੇ ਚੱਲ ਨਹੀਂ ਰਹੀਆਂ। ਉਹ ਇਹ ਆ ਕਿ ਸਾਰੇ ਪਾਸੇ ਚਲੋ ਅਸੀਂ ਮੇਰਾ ਪੂਰਾ ਨਿੰਦਦੇ ਵੀ ਨਹੀਂ ਹੈ ਸਰਕਾਰ ਨੂੰ, ਇਹਨਾਂ ਚੀਜ਼ਾਂ ਨੂੰ ਸੈੱਟ ਕਰਨ ਲੱਗਿਆ ਥੋੜਾ ਟਾਈਮ ਲੱਗਦਾ ਆ, ਟਾਈਮ ਲੱਗਦਾ ਨਤੀਜੇ ਆਉਣ ਲਈ। ਇਹ ਆਰਥਿਕ ਨੀਤੀਆਂ ਰਾਤੋਂ ਰਾਤ ਫਲਦੀਆਂ ਫੁੱਲਦੀਆਂ ਨਹੀਂ ਹੈ, ਪਰ ਤੁਹਾਨੂੰ ਯਤਨ ਭਰਪੂਰ ਕਰਨੇ ਪੈਣਗੇ। ਡਰਾਮੇ ਘੱਟ ਤੇ ਕੰਮ ਜ਼ਿਆਦਾ ਕਰਨਾ ਪਵੇਗਾ, ਮਿਹਨਤ ਕਰਨੀ ਪਵੇਗੀ, ਤਦੇ ਹੀ ਨਤੀਜੇ ਅੱਛੇ ਆ ਸਕਦੇ ਨੇ। ਜੀ।
ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਮਾਨ ਸਰਕਾਰ ਦੀ। ਮਾਨ ਸਰਕਾਰ ਨੇ 15 NRIs ਥਾਣਿਆਂ ਨੂੰ ਅਪਗ੍ਰੇਡ ਕਰਨ ਦੇ ਲਈ 30 ਲੱਖ ਰੁਪਇਆ ਦਿੱਤਾ ਜੀ। ਕੀ ਗੱਲ ਇਹਨਾਂ ਨੇ ਬੰਦ ਕਰਨੇ NRI ਲਿਆ ਕੇ ਇੱਥੇ ਜੀ। ਅਪਗ੍ਰੇਡ ਕਰੀ ਜਾਂਦੇ ਆ। ਹੂੰ। ਸੋ ਇਹ ਆ ਕਿ ਦੇਖੋ NRI ਥਾਣੇ ਜਿਹੜੇ ਆ ਉਹ ਅਪਗ੍ਰੇਡ ਕਰ ਰਹੇ ਨੇ, ਵਧੀਆ ਗੱਲ ਆ ਜੀ। ਕਿ 2 ਲੱਖ ਰੁਪਏ ਕਹਿੰਦੇ ਆ ਕਿ ਪ੍ਰਤੀ ਥਾਣਾ ਅਸੀਂ ਦੇ ਕੇ 30 ਲੱਖ ਰੁਪਏ ਛੇਤੀ ਜਾਰੀ ਕਰ ਦਿੱਤੇ ਆ ਤਾਂ ਕਿ ਉੱਥੇ ਬੁਨਿਆਦੀ ਸਹੂਲਤਾਂ 'ਚ ਸੁਧਾਰ ਹੋ ਸਕੇ। ਵਧੀਆ ਗੱਲ ਹੈ। ਇਹਨਾਂ ਦੇ ਕਹਿਣ ਦਾ ਮਤਲਬ ਕੀ ਹੈ ਕਿ ਦੇਖੋ ਇਹ ਚੀਜ਼ਾਂ ਫਿਰ ਤੁਹਾਨੂੰ ਥੋੜੀਆਂ ਠੀਕ ਤੇ ਕਰਨੀਆਂ ਪੈਣਗੀਆਂ ਨਾ। NRI ਥਾਣੇ ਜਿਹੜੇ ਉਹ ਬਣਾ ਦਿੱਤੇ ਗਏ, ਉਹਨਾਂ ਥਾਣਿਆਂ ਦੀ ਹਾਲਤ ਸਭਨਾਂ ਨੇ ਦੇਖੀ ਆ। ਹੁਣ ਅੱਜ ਕੱਲ ਕੀ ਹੈ ਕਿ NRI ਇਹਨਾਂ ਨੇ ਤਾਂ ਵੈਸੇ ਕਿਹਾ ਕਿ ਤੁਸੀਂ ਭਾਵੇਂ ਕਿਸੇ ਦੇ ਹੱਥ ਸ਼ਿਕਾਇਤ ਕਲਾ ਦਿਓ। WhatsApp ਨੰਬਰ ਅਸੀਂ ਆਪਣੇ ਸਰੋਤਿਆਂ ਵਾਸਤੇ ਇੱਥੇ ਪੰਜਾਬੀ ਰੇਡੀਓ US ਤੇ ਬੋਲ ਚੁੱਕੇ ਇਹਨਾਂ ਦਾ। ਨਾਲ ਇਹ ਹੈ ਕਿ ਫਿਰ ਤੁਹਾਨੂੰ ਉੱਥੇ ਜਦੋਂ NRI ਥਾਣਿਆਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਤੁਸੀਂ ਮੈਕੈਨਿਜ਼ਮ ਦਿਓਗੇ ਕਿ ਉਹ ਕਾਰਵਾਈ ਕਰਨ, ਤਾਂ ਫਿਰ ਉਹਦੇ ਵਾਸਤੇ ਮਸ਼ੀਨਰੀ ਵੀ ਤੇ ਚਾਹੀਦੀ ਹੈ ਨਾ ਜੀ। ਚਾਹੇ ਉਹ IT ਨਾਲ ਜੁੜਿਆ ਮਸਲਾ ਹੋਵੇ, ਸੂਚਨਾ ਤਕਨੀਕ ਨਾਲ ਜੁੜਿਆ ਹੋਵੇ, ਚਾਹੇ ਹੋਰ ਉਹਨਾਂ ਦੇ ਕੋਲ ਸਾਧਨ ਹੋਣ। ਸਾਧਨ ਤਾਂ ਦੇਣੇ ਪੈਣਗੇ ਨਾ ਤੁਹਾਨੂੰ। ਇਹ ਆ ਕਿ ਸਾਧਨ ਭਰਪੂਰ ਕਰੋ ਉਹਨਾਂ ਨੂੰ ਔਰ ਉਹਨਾਂ ਦੀ ਟ੍ਰੇਨਿੰਗ ਵੀ ਅੱਛੀ ਕਰੋ ਜੀ। ਟ੍ਰੇਨਿੰਗ ਵੀ ਅੱਛੀ ਕਰੋ ਕਿ ਕਿਸ ਤਰ੍ਹਾਂ ਡੀਲ ਕਰਨਾ ਹੈ, ਕਿਸ ਤਰ੍ਹਾਂ ਤੁਸੀਂ ਮਤਲਬ ਕਿ ਉਸ ਸ਼ਿਕਾਇਤ ਤੇ ਜਿਹੜੀ ਸ਼ਿਕਾਇਤ ਐਮਰਜੈਂਸੀ ਐਕਸ਼ਨ ਦੀ ਮੰਗ ਕਰਦੀ ਆ, ਕਿਸ ਤਰ੍ਹਾਂ ਉਹਦੇ ਤੇ ਤੁਸੀਂ ਐਕਸ਼ਨ ਕਰਨਾ ਵਾ। ਇਹ ਚੀਜ਼ਾਂ ਚੁਸਤ ਦਰੁਸਤ ਹੋਣ। ਚਲੋ ਵਧੀਆ ਗੱਲ ਆ, ਇਹ ਕਰ ਰਹੇ ਨੇ। ਇਹਨਾਂ ਨੇ ਇੱਕ ਪੜਾਅ ਇਹ ਵੀ ਸਰ ਕਰ ਲਿਆ ਕਿ NRI ਥਾਣਿਆਂ ਵਾਸਤੇ ਵੀ ਫੰਡ ਜਾਰੀ ਕਰਵਾ ਦਿੱਤੇ ਨੇ। ਪਰ ਸਭ ਤੋਂ ਜ਼ਰੂਰੀ ਕੰਮ ਜਿਹੜੇ ਆ ਕਿ ਜਿੱਦਾਂ ਇਹ ਗਏ ਸਨ ਮਾਨ ਸਾਹਿਬ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ, ਉੱਥੇ ਸਮੱਸਿਆਵਾਂ ਸੀ। ਉਹ ਕਹਿੰਦੇ ਸਨ ਅਲੱਗ ਤੋਂ ਪੰਜਾਬੀਆਂ ਵਾਸਤੇ ਕਾਊਂਟਰ ਬਣਾਵਾਂਗੇ। ਫਿਰ ਇਹੀ ਧਾਲੀਵਾਲ ਸਾਹਿਬ ਗਏ ਸਨ ਸਭ ਤੋਂ ਪਹਿਲਾਂ ਮੰਤਰੀ ਬਣ ਕੇ। ਤਾਂ ਜਦੋਂ ਉੱਥੇ ਦਿੱਲੀ ਗਏ ਸੀ ਤੇ ਇਹਨਾਂ ਨੇ NRIs ਦੀਆਂ ਇੰਨੀਆਂ ਮੁਸ਼ਕਲਾਂ ਉੱਥੇ ਬਾਹਰ ਆ ਕੇ ਦੱਸੀਆਂ ਸੀਗੀਆਂ ਕਿ ਮੈਂ ਇਹ ਚੁੱਕ ਕੇ ਆਇਆ, ਜਿਨ੍ਹਾਂ ਨੂੰ ਸੁਣ ਕੇ ਅਸੀਂ ਬਹੁਤ ਖੁਸ਼ ਹੋਏ ਸੀ, ਉਤਸ਼ਾਹਤ ਹੋਏ ਸੀਗੇ ਕਿ ਇਹੋ ਜਿਹੀਆਂ ਸਮੱਸਿਆਵਾਂ ਬਾਰੇ ਤੇ ਸ਼ਾਇਦ NRIs ਨੂੰ ਵੀ ਸਾਰੀਆਂ ਦਾ ਇਲਮ ਨਹੀਂ ਹੋਏਗਾ। ਇੱਕ NRI ਨੂੰ ਇਹ ਸਾਰੀਆਂ ਦਾ ਇਲਮ ਨਹੀਂ ਹੋਏਗਾ ਤਾਂ ਜਿੰਨਾ ਇਲਮ ਇੱਕ ਮੰਤਰੀ ਨੂੰ, ਕਿਉਂਕਿ ਖੁਦ NRI ਹੈ ਜੀ। ਇਹ ਜਿਹੜੇ ਧਾਲੀਵਾਲ ਸਾਹਿਬ ਹੈ ਨਾ ਜਨਾਬ, ਤੁਹਾਡੇ US ਚੋਂ ਗਏ ਨੇ ਜੀ। ਇੱਥੇ ਤਕਰੀਬਨ 15-16 ਸਾਲ ਇਹਨਾਂ ਨੇ ਵਕਫਾ ਗੁਜ਼ਾਰਿਆ। ਤਾਂ ਬੰਦੇ ਨੂੰ ਸਮੱਸਿਆਵਾਂ ਦਾ ਤੇ ਪਤਾ ਹੁੰਦਾ ਹੈ। ਮਸਲਨ ਇੱਕ ਮਿਸਾਲ ਦੇ ਦਿੰਦਾ ਮੈਂ ਤੁਹਾਨੂੰ ਕਿ ਆਰਮ ਲਾਇਸੈਂਸ ਦੀ ਗੱਲ ਕਰਦੇ ਸੀ ਇਹ ਜੀ ਕਿ ਜਿਹੜੇ ਉਧਰੋਂ ਦੇ ਉਹਨਾਂ ਦਾ ਆਰਮ ਲਾਇਸੈਂਸ ਜਿਹੜਾ ਆ ਉਹ ਇੱਧਰ ਪਿਆ, ਕਈ ਵਾਰ ਐਕਸਪਾਇਰ ਹੋ ਜਾਂਦਾ। ਫਿਰ ਜਦੋਂ ਉਹਨਾਂ ਰੀਨਿਊ ਕਰਾਉਣਾ ਹੁੰਦਾ ਤੇ ਬੜੀ ਵਿਪਤਾ ਹੁੰਦੀ ਹੈ। ਗੱਲ ਸਹੀ ਹੈ, ਪਰ ਤੁਸੀਂ ਅੱਜ ਤੇ ਲਾਇਸੈਂਸ ਵਾਲਾ ਕੰਮ ਹੀ ਹੋਰ ਔਖਾ ਕਰ ਦਿੱਤਾ ਉਹਦੇ ਤੋਂ ਉਲਟ। ਤਾਂ ਗੱਲ ਇਹ ਹੈ ਕਿ ਆਪਾ ਵਿਰੋਧੀ ਚੀਜ਼ਾਂ ਵੀ ਕੁਝ ਹੋ ਜਾਂਦੀਆਂ ਨੇ ਗਵਰਨਮੈਂਟ ਦੇ ਇਹ ਫੈਸਲਿਆਂ ਦੇ ਵਿੱਚ। ਸੋ ਇਹ ਠੀਕ ਹੈ ਜਿੰਨਾ ਕਰ ਰਹੇ ਨੇ, ਪਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਇੱਕ ਸੀਰੀਅਲ ਆਉਂਦਾ ਹੁੰਦਾ ਸੀ, ਥੋੜਾ ਹੈ ਥੋੜੇ ਕੀ ਜ਼ਰੂਰਤ ਹੈ। ਹਾਂਜੀ। ਥੋੜਾ ਹੈ, ਥੋੜਾ ਹੋ ਰਿਹਾ, ਥੋੜਾ ਹੋਰ ਕਰੋ, ਸ਼ਾਇਦ ਕਹਾਣੀ ਸੂਤ ਆ ਜਾਵੇ। ਵਧੀਆ ਗੱਲ ਹੈ, ਤੁਸੀਂ ਮਿਲਣੀ ਕਰ ਲਈ ਹੈ। ਵੈਸੇ ਉਹ ਸ਼ਬਦ ਵੀ ਜਿਹੜਾ ਬੜਾ ਕਮਾਲ ਦਾ ਹੈ, ਮਿਲਣੀ। ਤਾਂ ਮਿਲਣੀ ਦੇ ਵਿੱਚ ਤਾਂ ਤੁਹਾਨੂੰ ਪਤਾ ਲੋਕ ਕੰਬਲਾਂ ਪਿੱਛੇ ਵੀ ਰੁੱਸ ਜਾਂਦੇ ਨੇ ਕਈ ਵਾਰ ਜੀ। ਇਸ ਕਰਕੇ ਇਹਨਾਂ ਦੇ ਨਾਲ ਥੋੜੇ ਰੋਸੇ ਵੀ ਹੋ ਗਏ ਕਿ NRI ਦਾ ਫੰਡ ਤੁਸੀਂ ਵਰਤ ਲਿਆ, ਤੇ ਦੂਸਰਾ ਕਿ ਕੁਝ ਉੱਥੇ ਜਿਹੜੀ ਚੌਧਰ ਚਮਕਾਉਣਾ ਚਾਹੁੰਦੇ ਸਨ ਲੋਕ, ਉਹ ਵੀ ਖਫਾ ਨੇ। ਬਿਲਕੁਲ। ਮਿੰਟੂ ਜੀ, ਵੈਸੇ ਮੰਤਰੀਆਂ ਨੂੰ ਮੰਨਿਆ ਜਾਂਦਾ ਵੀ ਸਰਕਾਰਾਂ ਦੇ ਹਿੱਸੇ ਹੀ ਹੁੰਦੇ ਨੇ, ਪਰ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਮੰਤਰੀ ਦੇ ਬਿਆਨ ਤੇ ਸਰਕਾਰ ਜ਼ਿੰਮੇਵਾਰ ਨਹੀਂ ਹੈ ਜੀ। ਹਾਂਜੀ, ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਉਦੋਂ ਗਿਆ ਸੀਗਾ ਜਦੋਂ ਆਜ਼ਮ ਖਾਨ ਨੇ ਇੱਕ ਬੜਾ ਬੇਤੁਕਾ ਬਿਆਨ ਦਿੱਤਾ ਸੀ। ਇਹ ਵੈਸੇ ਬੰਦਾ ਤੇ ਚਲੋ ਠੀਕ ਠਾਕ ਸੀਗਾ, ਪਰ ਇਹਦੇ ਬਿਆਨ ਕਈ ਵਾਰ ਬੜੇ ਲੀਹੋਂ ਲੱਥੇ ਬਿਆਨ ਹੁੰਦੇ ਸੀ। ਜਿਵੇਂ ਇਹਦਾ ਬੌਸ ਜਿਹੜਾ ਸੀ ਉਹ ਵੀ ਕਈ ਵਾਰ ਲੀਹੋਂ ਲੱਥੇ ਬਿਆਨ ਦੇ ਜਾਂਦਾ ਸੀਗਾ, ਯਾਦਵ। ਤਾਂ ਇਹਨੇ ਬੁਲੰਦ ਸ਼ਹਿਰ ਦੇ ਗੈਂਗ ਰੇਪ ਮੁਤਲਕ ਬੇਤੁਕਾ ਬਿਆਨ ਦਿੱਤਾ ਸੀਗਾ। ਉਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਚ ਪਹੁੰਚਿਆ ਸੀ। ਇਹ ਗੱਲ ਜੇ ਮੈਂ ਭੁੱਲਦਾ ਨਹੀਂ ਤਾਂ 2015-16 ਦੀ ਹੋਏਗੀ ਜੀ। ਤਾਂ ਉਸ ਤੋਂ ਬਾਅਦ ਮਤਲਬ ਕਿ ਮੰਗ ਕੀਤੀ ਗਈ ਸੀਗੀ ਕਿ ਇਹ ਜਿਹੜੀ ਮੰਤਰੀਆਂ ਦੀ ਕੂਣੀ ਬੋਲਣੀ ਆ, ਇਹ ਜਿਹੜਾ ਬੋਲਚਾਲ ਆ, ਕਿ ਇਹਨੂੰ ਇੱਕ ਦਾਇਰੇ 'ਚ ਸਮੇਟਿਆ ਜਾਵੇ ਜੀ। ਬਈ ਇਹਦੇ ਵਾਸਤੇ ਜਿੱਦਾਂ ਕਹ ਲਓ, ਜੇ ਆਪਾਂ ਇਹਨੂੰ ਸਾਦੇ ਸ਼ਬਦਾਂ 'ਚ ਸਮਝਣਾ ਜਾਂ ਕਹਿਣਾ ਹੋਵੇ ਕਿ ਬਈ ਇੱਕ ਦਾਇਰਾ ਤੈਅ ਕਰ ਦਿਓ ਕਿ ਉਹਦੇ ਵਿੱਚ, ਜਾਂ ਕਹਿ ਲਓ ਕਿ ਡਾਇਰੈਕਸ਼ਨ ਦੇ ਦਿੱਤੀ ਜਾਵੇ ਕਿ ਬਈ ਜੇ ਤੁਸੀਂ ਇਸ ਤੋਂ ਬਾਅਦ ਜਾਂ ਇਸ ਤੋਂ ਬਾਹਰ ਕੋਈ ਗੱਲ ਕੀਤੀ ਤੇ ਤੁਹਾਡੇ ਤੇ ਐਕਸ਼ਨ ਹੋ ਸਕਦਾ। ਸੁਪਰੀਮ ਕੋਰਟ ਨੇ ਕਿਹਾ ਕਿਹੜੀਆਂ ਗੱਲਾਂ ਕਰਦੇ, ਔਰ ਸੰਵਿਧਾਨਕ ਬੈਂਚ ਨੇ ਸੁਣਿਆ ਵੀ ਮਾਮਲਾ। ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਜਿਹੜੀ ਗੱਲ ਕਹੀ ਆ, ਉਹ ਕਹਿੰਦੇ ਆ ਕਿ ਦੇਖੋ ਇਹਦੇ ਵਿੱਚ
ਸੰਵਿਧਾਨ ਦੀ ਅਲੱਗ ਤੋਂ ਪ੍ਰੋਵੀਜ਼ਨ ਮੌਜੂਦ ਆ। ਜੀ ਜੀ ਧਾਰਾ 19 ਉਪਬੰਧ 2 ਮਤਲਬ ਕਿ ਜਿਹੜੇ ਆ ਜਾਂਦੇ ਬਹੁਤ ਜ਼ਰੂਰੀ ਆਰਟੀਕਲ ਆ ਜਾਂਦੇ ਨੇ ਸੰਵਿਧਾਨ ਦੇ, ਉਹ ਕਹਿੰਦੇ ਕਿ ਇਹਨਾਂ ਦੇ ਵਿੱਚ ਪਹਿਲਾਂ ਹੀ ਵਿਵਸਥਾਵਾਂ ਮਜ਼ਬੂਤ ਹੈਗੀਆਂ ਨੇ, ਮੌਜੂਦ ਨੇ ਜੀ ਪਹਿਲੇ ਪ੍ਰੋਵੀਜ਼ਨ ਹੈਗੇ ਨੇ। ਤੇ ਜੇ ਕਿਸੇ ਨੂੰ ਵੀ ਇਤਰਾਜ਼ਯੋਗ ਬਿਆਨ ਲਈ ਮਤਲਬ ਕਿ ਕੋਈ ਇਤਰਾਜ਼ ਹੈ ਤਾਂ ਤੁਸੀਂ ਜਾ ਕੇ ਤੇ ਉਹਦੇ ਤੇ ਐਕਸ਼ਨ ਮੰਗ ਸਕਦੇ ਹੋ। ਪਰ ਗੱਲ ਇਹ ਹੈ ਕਿ ਐਕਸ਼ਨ ਹੁੰਦਾ ਕਿੱਥੇ? ਮੰਤਰੀਆਂ ਤੇ। ਜੀ ਜੀ ਇਹ ਵੱਡੀ ਗੱਲ ਹੈ ਨਾ, ਇਹ ਵੱਡੀ ਗੱਲ ਹੈ। ਇਹ ਤਾਂ ਸਹੀ ਹੈ ਕਿ ਚਲੋ ਠੀਕ ਹੈ ਪ੍ਰੋਵੀਜ਼ਨ ਤਾਂ ਹੈਗੇ ਆ, ਕੋਈ ਵੀ ਇਸ ਮੁਲਕ ਦੇ ਵਿੱਚ ਇਹ ਨਹੀਂ ਹੈ ਕਿ ਬੋਲਣ ਦੀ ਆਜ਼ਾਦੀ ਦੇ ਨਾਂ ਤੇ ਕੁਝ ਵੀ ਬੋਲਦਾ ਹੈਗਾ, ਚਾਹੇ ਉਹ ਮੰਤਰੀ ਸੰਤਰੀ ਜਾਂ ਕੱਖ ਵੀ ਕੁਝ ਵੀ ਹੋਵੇ। ਪਰੰਤੂ ਇਹ ਤੇ ਨਹੀਂ ਹੈ ਨਾ ਕਿ ਜਦੋਂ ਹੁਣ ਬੰਦਾ ਬੋਲ ਦਿੰਦਾ ਹੈ, ਮੰਤਰੀ ਇਹਨਾਂ ਦਾ ਬੋਲ ਦਿੰਦਾ ਹੈ ਕਿ ਦੇਸ਼ ਕੇ ਗਦਾरों को गोली मारो सालों को, ਉੱਥੇ ਕੀ ਐਕਸ਼ਨ ਹੁੰਦਾ ਹੈ? ਉੱਥੇ ਕੀ ਕਰੇ ਫਿਰ ਆਮ ਬੰਦਾ? ਜੇ ਆਮ ਬੰਦਾ ਚਾਹੇ, ਚਲੋ ਠੀਕ ਹੈ ਇਹ ਗੱਲ ਸਹੀ ਹੈ ਕਿ ਉੱਥੇ ਸਾਰੀ ਸਰਕਾਰ ਨਹੀਂ ਖੜੀ। ਆਪਾਂ ਇੱਕ ਵੇਲੇ ਕਹਿ ਲੈਤਾ ਕਿ ਹਾਂ ਕਿਸੇ ਬੰਦੇ ਦੇ ਆਪਣੇ ਸ਼ਬਦ ਹੋ ਸਕਦੇ, ਵਿਚਾਰ ਹੋ ਸਕਦੇ ਆ, ਠੀਕ ਹੈ, ਤੁਸੀਂ ਉਹਨੂੰ ਡਿਫਾਈਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਇਹ ਨਹੀਂ ਵੇਖਣਾ ਕਿ ਸਰਕਾਰ ਬੋਲ ਰਹੀ ਹੈ। ਤੁਸੀਂ ਹਰੇਕ ਬਿਆਨ ਨੂੰ ਇਹ ਕਹਿਣਾ ਕਿ ਇਹ ਇੱਕ ਮੰਤਰੀ ਬੋਲ ਰਿਹਾ। ਪਰ ਕੀ ਉਹ ਕੱਲ ਨੂੰ ਕੋਈ ਐਲਾਨ ਕਰਦਾ ਖੜ ਕੇ ਤਾਂ ਉਹਦੇ ਤੋਂ ਉੱਥੇ ਨੋਟੀਫਿਕੇਸ਼ਨ ਮੰਗਿਆ ਜਾਵੇ ਕਿ ਜਦ ਤੱਕ ਤੂੰ ਨੋਟੀਫਿਕੇਸ਼ਨ ਨਹੀਂ ਦਿੰਦਾ ਬਈ ਸਾਨੂੰ ਇੱਥੇ, ਤਾਂ ਅਸੀਂ ਤੇਰੇ ਬੋਲਾਂ ਤੇ ਇਤਬਾਰ ਹੀ ਨਹੀਂ ਕਰਦੇ, ਕਿਉਂਕਿ ਤੇਰੇ ਬੋਲ ਆਪਣੇ ਬੋਲ ਹੈ, ਤੇਰੇ ਬੋਲ ਸਰਕਾਰ ਦੇ ਬੋਲ। ਜੀ ਜੀ ਕੀ ਐਸਾ ਵੀ ਹੋਏਗਾ ਇਸ ਦੇਸ਼ ਦੇ ਵਿੱਚ? ਪਰ ਸਭ ਤੋਂ ਵੱਡੀ ਗੱਲ ਤੇ ਇਹੋ ਆ ਨਾ ਕਿ ਬਈ ਜਦੋਂ ਕਿਸੇ ਨੇ ਕਿਸੇ ਤੇ ਐਕਸ਼ਨ ਕਰਾਉਣਾ ਹੋਵੇ ਤਾਂ ਕੀ ਇਸ ਤਰ੍ਹਾਂ ਦੇ ਮੰਤਰੀਆਂ ਤੇ ਕਰਵਾਇਆ ਜਾ ਸਕਦਾ? ਨਹੀਂ ਹੋਏਗਾ। ਔਰ ਸਰਕਾਰਾਂ ਕਦੇ ਵੀ, ਇੱਥੇ ਉਹ ਤੁਸੀਂ ਦੇਖਿਆ ਹੀ ਹੈ ਤਕੁਨੀਆ ਵਾਲਾ ਜਿਹੜਾ ਮਾਮਲਾ ਹੋਇਆ ਲਖੀਮਪੁਰ ਖੇਰੀ ਦੇ ਵਿੱਚ, ਤਾਂ ਇਹਨਾਂ ਦਾ ਉਹ ਜਿਹੜਾ ਗ੍ਰਹਿ ਰਾਜ ਮੰਤਰੀ ਸੀਗਾ ਜੀ, ਮਤਲਬ ਅਮਿਤ ਸ਼ਾਹ ਦਾ ਜੂਨੀਅਰ, ਉਹ ਵੇਖ ਲਓ ਕਿੱਦਾਂ ਬੇਸ਼ਰਮੀ ਦੇ ਨਾਲ ਕੁਰਸੀ ਤੇ ਚੰਬੜਿਆ ਬੈਠਾ ਹੈ। ਤਾਂ ਇਹ ਆ ਕਿ ਇੱਥੇ ਤੇ ਇਹੋ ਜਿਹੇ ਮਾਮਲਿਆਂ 'ਚ ਐਕਸ਼ਨ ਨਹੀਂ ਹੁੰਦਾ, ਤੇ ਫਿਰ ਬੋਲਚਾਲ ਵਾਲੇ ਮਾਮਲਿਆਂ 'ਚ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਨੂੰ ਲਾਇਸੈਂਸ ਦੇਣ ਵਾਲੀ ਗੱਲ ਆ, ਜੋ ਮਰਜ਼ੀ ਬੋਲੋ ਤੁਸੀਂ। ਪਰ ਇਹ ਆ ਕਿ ਜੋ ਮਰਜ਼ੀ ਬੋਲੋ ਦੇ ਵਿੱਚ ਜਿਹੜਾ ਕੋਈ ਸਮਾਜ ਨੂੰ ਤੋੜਨ ਵਾਲੀ ਗੱਲ ਕਰਦਾ ਹੈ, ਉਹਦੇ ਤੇ ਐਕਸ਼ਨ ਕਿੱਥੋਂ ਜਾ ਕੇ ਕਰਾਈਏ? ਪ੍ਰੋਵੀਜ਼ਨ ਤੇ ਤੁਸੀਂ ਦੱਸ ਦਿੱਤੇ ਨੇ, ਕਿੱਥੋਂ ਕਰਾਈਏ ਜਾ ਕੇ? ਜੇ ਨਹੀਂ ਹੁੰਦਾ ਤਾਂ ਕੀ ਸੁਪਰੀਮ ਕੋਰਟ ਵਾਸਤੇ ਆਮ ਬੰਦੇ ਦੇ ਦਰਵਾਜ਼ੇ ਖੁੱਲੇ ਨੇ ਕਿ ਤੁਸੀਂ ਹਾਂ ਬਈ ਆ ਜਾਓ? ਪਰ ਉੱਥੇ ਜਾਣ ਵਾਸਤੇ ਤੁਹਾਨੂੰ ਪਟੀਸ਼ਨ ਤਿਆਰ ਕਰਨੀ ਪੈਂਦੀ ਹੈ, ਬਹੁਤ ਕੁਝ ਕਰਨਾ ਪੈਂਦਾ ਹੈ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਸਰ। ਜੀ, ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ, ਰੁਕਣ ਦਾ। ਬ੍ਰੇਕ ਤੋਂ ਪਾਰ ਗੱਲਬਾਤ ਕਰਾਂਗੇ ਜਿਹੜੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ 4 ਜਨਵਰੀ ਨੂੰ ਦਿੱਲੀ ਦੇ ਵਿੱਚ ਮੀਟਿੰਗ ਬੁਲਾਈ ਹੈ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ। ਤਾਂ ਇੱਥੇ ਪੰਜਾਬ ਦੇ ਵਿੱਚ ਪੰਜਾਬ ਦਾ ਪੱਖ ਰੱਖਿਆ ਕਿੱਥੇ ਨਹੀਂ ਗਿਆ, ਕਿਹੜੇ-ਕਿਹੜੇ ਸਿਆਸਤਦਾਨ ਜ਼ਿੰਮੇਵਾਰ ਸੀ SYL ਦੇ ਵਿੱਚ, ਤੇ ਕਿਹੜੀ-ਕਿਹੜੀ ਪਾਰਟੀ ਦਾ ਕੀ ਸਟਾਂਸ ਰਿਹਾ, ਇਹਦੀ ਬਾਬਤ ਆਪਾਂ ਬੜੀ ਤਫਸੀਲ ਦੇ ਨਾਲ ਚਰਚਾ ਕਰਦੇ ਰਹੇ ਹਾਂ। ਰਿਪੋਰਟਾਂ ਵੀ ਪੰਜਾਬੀ ਰੇਡੀਓ USA ਤੇ ਹਰ ਐਂਗਲ ਤੋਂ 1955 ਤੋਂ ਲੈ ਕੇ, ਜਦੋਂ ਗੁਲਜ਼ਾਰੀ ਲਾਲ ਨੰਦਾ ਤੋਂ ਲੈ ਕੇ ਤੇ ਹੁਣ ਤੱਕ ਕੈਪਟਨ ਅਮਰਿੰਦਰ ਤੱਕ ਕੀ ਕੁਛ ਵਾਪਰਿਆ 2022 ਤੱਕ, ਆਪਾਂ ਸਾਰਾ ਕੁਛ ਈਅਰ ਵਾਈਜ਼ ਵੀ ਤੇ ਨਾਲ ਗੁਲਜ਼ਾਰੀ ਲਾਲ ਨੰਦਾ ਤੋਂ ਬਾਅਦ ਨਹਿਰੂ 1966 ਦੀ ਵੰਡ, ਉਸ ਤੋਂ ਬਾਅਦ ਧਾਰਾ 78 79 80, ਫਿਰ ਬੀਬੀ ਪਟੇਲ ਦੀ ਕਮੇਟੀ, ਫਿਰ ਇੰਦਰਾ ਗਾਂਧੀ ਦਾ ਰਿਵਾਰਡ, ਫਿਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨਾ ਜ਼ਮੀਨ ਵਾਸਤੇ, ਫਿਰ ਦਰਬਾਰਾ ਸਿੰਘ ਗਿੱਲ ਦੇ ਸਾਈਨ, ਤੇ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਸਰਕਾਰ ਬਣਦੀ ਹੈ। ਉਸ ਤੋਂ ਬਾਅਦ ਫਿਰ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਵਾਟਰ ਟਰਮੀਨੇਸ਼ਨ ਆਫ ਵਾਟਰ ਜਿਹੜਾ ਐਕਟ ਲਿਆਂਦਾ ਸੀਗਾ 2004 ਵਾਲਾ, 2016 ਦੇ ਵਿੱਚ ਉਹਦਾ ਬਣਿਆ ਕਿ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਸਰਕਾਰ ਸੀਗੀ, ਉਹਨਾਂ ਨੇ ਜ਼ਮੀਨ ਵਾਪਸ ਕਰਤੀ ਸੀ। ਇਹ ਸਾਰੇ ਜਿੰਨੇ ਵੀ ਪੜਾਅ ਆਏ, ਇਸ ਵਿੱਚ ਹਰ ਪੜਾਅ ਤੇ ਤਕਰੀਬਨ ਹੁਣ ਤੱਕ ਜਿਹਨੂੰ ਮੁੱਖ ਭਾਗਾਂ ਦੇ ਵਿੱਚ ਵੰਡ ਗਏ SYL ਦੇ ਰੌਲੇ ਨੂੰ, ਤਾਂ 8-10 ਭਾਗ ਬਣਦੇ ਆ। ਪੰਜਾਬੀ ਰੇਡੀਓ USA ਨੇ ਇਹਦੇ ਹਰ ਐਪੀਸੋਡ, ਹਰ ਵਰੇ ਤੇ ਕੀ ਕੁਛ ਹੋਇਆ, ਹਰ ਮੁੱਖ ਮੰਤਰੀ, ਹਰ ਪ੍ਰਧਾਨ ਮੰਤਰੀ, ਹਰ ਅਦਾਲਤੀ ਜ਼ਿਲ੍ਹਾ ਦੇ ਤੋਂ ਬਾਅਦ ਕੀ ਵਾਪਰਿਆ, ਇਹਦੀ ਬਾਬਤ ਆਪਾਂ ਬੜੀ ਤਫਸੀਲ ਦੇ ਵਿੱਚ ਚਰਚਾ ਕੀਤੀ ਹੈ। ਤੇ ਮੁੱਖ ਮੰਤਰੀ ਸਾਹਿਬ ਜਦੋਂ ਭਗਵੰਤ ਮਾਨ ਜੀ ਬਾਹਰ ਆਏ ਸੀਗੇ ਮੀਟਿੰਗ ਕਰਕੇ ਮਨੋਹਰ ਲਾਲ ਖੱਟਰ ਤੋਂ ਲੰਘੇ ਮਹੀਨੇ ਦੇ ਵਿੱਚ ਹੀ, ਤਾਂ ਉਸ ਤੋਂ ਬਾਅਦ ਵੀ ਜਿਹੜੇ ਉਹਨਾਂ ਨੇ ਨੁਕਤੇ ਚੁੱਕੇ ਸੀਗੇ, ਤਾਂ ਉਹਨਾਂ ਨੁਕਤਿਆਂ ਤੇ ਵੀ ਆਪਾਂ ਇੱਕ ਰਿਪੋਰਟ ਤਿਆਰ ਕੀਤੀ ਸੀ ਕਿ ਭਗਵੰਤ ਮਾਨ ਨੇ ਆਹ ਨੁਕਤੇ ਹੋਰ ਚੁੱਕਣੇ ਸੀਗੇ। ਤਾਂ ਇਸ ਬਾਬਤ ਦੀ ਇੱਕ ਚਰਚਾ ਜਿਹੜੀ ਹੈ ਉਹ 1966 ਤੋਂ ਬਾਅਦ ਕਿੱਥੇ ਜਿਹੜੀ ਖਤਾ ਹੋਈ,
ਕਿੱਥੇ ਪੰਜਾਬ ਕਾਨੂੰਨੀ ਤੌਰ ਤੇ ਪਛੜ ਗਿਆ ਤੇ ਅੱਜ ਵੀ ਜੇਕਰ ਪੰਜਾਬ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਉਹ ਨੁਕਤਾ ਚੁੱਕ ਲੈਂਦੇ ਨੇ ਤਾਂ SYL ਦਾ ਜਿਹੜਾ ਪਾਣੀ ਸਾਨੂੰ ਦੇਣ ਦੇ ਲਈ ਮਜਬੂਰ ਕੀਤਾ ਜਾ ਸਕਦਾ ਹੈ। ਹੋ ਸਕਦਾ ਹੈ ਉਹਦੇ ਵਿੱਚ ਪੰਜਾਬ ਦਾ ਜਿਹੜਾ ਪੱਖ ਆ ਉਹ ਮਜ਼ਬੂਤ ਹੋਵੇ ਤੇ ਪੰਜਾਬ ਇਸ ਚੀਜ਼ ਤੋਂ ਬਚ ਜਾਵੇ, ਪੰਜਾਬ ਦਾ ਪਾਣੀ ਲੁੱਟਿਆ ਨਾ ਜਾਵੇ। ਪਰ ਦੂਜੇ ਪਾਸੇ ਇੱਕ ਤੱਥ ਇਹ ਵੀ ਹੈ ਕਿ ਜੇਕਰ ਦਿੱਲੀ ਲੁੱਟਣ ਨੂੰ ਹੀ ਫਿਰਦੀ ਹੈ ਤੇ ਜੇਕਰ ਉਹਨੇ ਪੰਜਾਬ ਦਾ ਪਿਛਲੇ 50 ਸਾਲਾਂ ਦੇ ਵਿੱਚ ਖਹਿੜਾ ਨਹੀਂ ਛੱਡਿਆ ਤੇ ਹੁਣ ਕਿਵੇਂ ਛੱਡ ਦੂ। ਸੋ ਇਸੇ ਬਾਬਤ ਇੱਕ ਚਰਚਾ ਕਰਾਂਗੇ ਸ਼ਾਰਟ ਜੀ ਈਅਰ ਵਾਈਜ਼ ਤੇ ਕੀ ਹੋਇਆ। ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਾਰ ਪਾਣੀਆਂ ਦੇ ਮਸਲੇ ਤੇ ਗੱਲ ਕਰਦੇ ਹਾਂ ਆਪਾਂ। ਸੁੱਚਾ ਸਿੰਘ ਗਿੱਲ ਨੇ, ਅਰਥ ਸ਼ਾਸਤਰੀ ਨੇ, ਤੇ ਉਹਨਾਂ ਨੇ ਪਾਣੀਆਂ ਦੀ ਬਾਬਤ ਇੱਕ ਜਿਹੜੀ ਚਰਚਾ ਉਹ ਕੀਤੀ ਸੀ ਤੇ ਉਹਦੇ ਵਿੱਚੋਂ ਕੁਝ ਅੰਸ਼ ਜਿਹੜੇ ਆ ਮੈਂ ਉਹ ਤੁਹਾਡੇ ਨਾਲ ਸਾਂਝੇ ਕਰਦਾ ਵਾਂ। ਅਸਲ ਦੇ ਵਿੱਚ ਉਹ ਦੱਸਦੇ ਨੇ ਕਿ ਇਹ ਜਿਹੜਾ ਪਾਣੀਆਂ ਦਾ ਮਸਲਾ ਵਾ ਉਹ ਪੁਨਰਗਠਨ ਦੇ ਨਾਲ ਹੀ ਸ਼ੁਰੂ ਹੁੰਦਾ ਜਦੋਂ 1966 ਦੇ ਵਿੱਚ ਪੰਜਾਬ ਦਾ ਪੁਨਰਗਠਨ ਹੋਇਆ। ਇਸ ਤੋਂ ਪਹਿਲਾਂ ਸਾਂਝੇ ਪੰਜਾਬ ਦਾ ਇਲਾਕਾ ਪਾਕਿਸਤਾਨ ਦੇ ਬਾਰਡਰ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਫੈਲਿਆ ਹੋਇਆ ਸੀ। ਜਦੋਂ ਇਹ ਐਕਟ ਬਣਦਾ, ਇਹ ਪਾਸ ਹੁੰਦਾ ਤਾਂ ਪੰਜਾਬ ਦੀ ਵੰਡ ਹੁੰਦੀ ਹੈ ਤੇ ਆਪਾਂ ਦੇਖਿਆ ਵੀ ਪੰਜਾਬੀ ਬੋਲਣ ਵਾਲੇ ਮੈਦਾਨੀ ਇਲਾਕੇ ਨੂੰ ਪੰਜਾਬ ਕਹਿ ਦਿੱਤਾ ਗਿਆ, ਪਹਾੜੀ ਇਲਾਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮਿਲਾ ਦਿੱਤੇ ਗਏ ਤੇ ਹਿੰਦੀ ਬੋਲਣ ਵਾਲੇ ਮੈਦਾਨੀ ਇਲਾਕੇ ਨੂੰ ਹਰਿਆਣੇ ਦਾ ਸੂਬਾ ਬਣਾ ਦਿੱਤਾ ਗਿਆ। ਹਾਲਾਂਕਿ ਇਹਦੇ ਵਿੱਚ ਕੰਟਰਾਡਿਕਸ਼ਨ ਇਹ ਵੀ ਹੈ ਕਿ ਬਹੁਤ ਸਾਰਾ ਇਲਾਕਾ ਜਿਵੇਂ ਸਰਸੇ ਦਾ ਇਲਾਕਾ ਜਾਂ ਅੰਬਾਲਾ ਸਾਈਡ ਦਾ ਬਹੁਤ ਸਾਰਾ ਇਲਾਕਾ ਉਹ ਧੱਕੇ ਨਾਲ ਹੀ ਦੇ ਦਿੱਤਾ ਗਿਆ। ਪੰਜਾਬੀ ਬੋਲਦੇ ਇਲਾਕੇ ਉੱਧਰ ਆ, ਉਹ ਇੱਕ ਤਰੀਕੇ ਨਾਲ ਪੰਜਾਬ ਹੀ ਉੱਧਰ। ਜੇ ਤੁਸੀਂ ਜਾ ਕੇ ਵੇਖੋਗੇ ਹਰਿਆਣੇ ਦੇ ਉਹਨਾਂ ਹਿੱਸਿਆਂ ਦੇ ਵਿੱਚ ਤੁਸੀਂ ਕਿਤੇ ਦੌਰਾ ਕਰੋਗੇ ਜਾਓਗੇ ਤਾਂ ਇਸ ਤਰ੍ਹਾਂ ਗੰਗਾਨਗਰ ਦੇ ਵਿੱਚ, ਗੰਗਾਨਗਰ ਤੱਕ ਵੀ ਪੰਜਾਬ ਹੈ, ਰਾਜਸਥਾਨ ਦੇ ਗੰਗਾਨਗਰ ਤੱਕ ਵੀ ਤੁਹਾਨੂੰ ਪੰਜਾਬੀ ਵਸੇ ਨੇ, ਜ਼ਮੀਨਾਂ ਨੇ, ਉੱਧਰ ਖੇਤੀਬਾੜੀ ਕਰਦੇ ਨੇ। ਤਾਂ ਹੋਇਆ ਕੀ ਅਸਲ ਦੇ ਵਿੱਚ ਕਿ ਫਿਰ ਪੰਜਾਬ ਦੇ ਆਬਾਦੀ ਦੇ ਹਿਸਾਬ ਨਾਲ ਜਾਇਦਾਦ ਤੇ ਦੇਣਦਾਰੀਆਂ ਨੂੰ 60-40 ਦੇ ਅਨੁਪਾਤ ਨਾਲ ਵੰਡ ਦਿੱਤਾ ਗਿਆ ਸੀ। ਪਰ ਦਰਿਆਈ ਪਾਣੀਆਂ ਤੇ ਦਰਿਆਵਾਂ ਤੇ ਬਣੇ ਹੈਡਵਰਕਸ ਦੇ ਵਾਸਤੇ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਸੈਕਸ਼ਨ 78, 79, 80 ਸ਼ਾਮਲ ਕੀਤਾ ਗਿਆ ਤੇ BBMB ਬਣਾਇਆ ਗਿਆ ਸੀ। ਇਹਨਾਂ ਦੇ ਵਿੱਚ ਪਾਣੀਆਂ ਦੀ ਵੰਡ ਵਾਸਤੇ ਦੋਵਾਂ ਸੂਬਿਆਂ ਨੂੰ ਮਿਲ ਕੇ ਇੱਕ ਸਮਝੌਤਾ ਕਰਨ ਦੀ ਵਿਵਸਥਾ ਕੀਤੀ ਗਈ ਤੇ ਸਮਝੌਤਾ ਨਾ ਹੋਣ ਦੀ ਸੂਰਤ ਦੇ ਵਿੱਚ ਕੇਂਦਰ ਨੂੰ ਦਖਲ ਦੇਣ ਦਾ ਅਧਿਕਾਰ ਦਿੱਤਾ ਗਿਆ। ਪਰ ਇਸ ਐਕਟ ਦੇ ਵਿੱਚ ਰਾਵੀ ਦਰਿਆ ਤੇ ਯਮੁਨਾ ਦਰਿਆ ਦੇ ਪਾਣੀਆਂ ਦੀ ਵੰਡ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ, ਜਾਂ ਕਹਿ ਲਓ ਕਿ ਇੱਥੇ ਹੀ ਚਲਾਕੀ ਸ਼ੁਰੂ ਹੁੰਦੀ ਹੈ। ਇਸ ਐਕਟ ਦੇ ਵਿੱਚ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਾਧੂ ਪਾਣੀਆਂ ਦੀ ਵੰਡ ਬਾਰੇ ਜ਼ਿਕਰ ਹੈ। ਇਹ ਉਹ ਦੱਸਦੇ ਨੇ ਕਿ ਇਸ ਮਸਲੇ ਦੀ ਸ਼ੁਰੂਆਤ ਹੁੰਦੀ ਹੈ 1969 ਤੋਂ, ਜਦੋਂ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਤੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਵਿੱਚੋਂ ਬਣਦੇ ਹਿੱਸੇ ਦੀ ਮੰਗ ਅਸੀਂ ਕਰਦੇ ਹਾਂ ਤੇ ਸਾਨੂੰ ਪਾਣੀ ਦਿੱਤਾ ਜਾਣਾ ਚਾਹੀਦਾ ਹੈ। ਇਹਦੇ ਤੇ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਸੀ। ਪਰ ਇਸ ਚਿੱਠੀ ਤੋਂ ਬਾਅਦ ਕੇਂਦਰ ਨੇ ਕੀ ਕੀਤਾ, BP ਪਟੇਲ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਤੇ ਉਹ ਕਮੇਟੀ ਤੈਅ ਕਰਨ ਦੇ ਲਈ ਕਾਇਮ ਕੀਤੀ ਸੀ ਕਿ ਹਰਿਆਣੇ ਨੂੰ ਪੰਜਾਬ ਦੇ ਦਰਿਆਈ ਪਾਣੀਆਂ ਦੇ ਵਿੱਚੋਂ ਕਿੰਨਾ ਹਿੱਸਾ ਬਣਦਾ ਹੈ। ਇਸ ਕਮੇਟੀ ਨੇ 1970 ਦੇ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਕੋਲੇ 7.2 ਮਿਲੀਅਨ ਏਕੜ ਫੁੱਟ ਦਰਿਆਈ ਪਾਣੀਆਂ ਦੇ ਵਿੱਚੋਂ ਹਰਿਆਣੇ ਦਾ ਹਿੱਸਾ 3.4 ਮਿਲੀਅਨ ਏਕੜ ਫੁੱਟ ਬਣਦਾ ਹੈ। ਤੇ ਇਹ ਜਿਹੜੀ ਪਾਣੀ ਦੀ ਪਮਾਇਸ਼ ਹੋਈ ਸੀ ਉਹ ਹੋਈ ਸੀ 1942 ਦੇ ਵਿੱਚ। ਕਿਉਂਕਿ ਹੁਣ ਜੇ ਆਪਾਂ ਗੱਲ ਕਰਦੇ ਹਾਂ ਤੇ ਇਸ ਟਾਈਮ ਤਾਂ ਜੇ ਪੰਜਾਬ ਦੇ ਪਾਣੀਆਂ ਦੀ ਪਮਾਇਸ਼ ਕਰਾਉਣੀ ਹੋਵੇ ਤਾਂ 1997 ਤੋਂ 2022 ਦੇ ਹਿਸਾਬ ਦੇ ਨਾਲ ਮਾਪਿਆ ਜਾਣਾ ਚਾਹੀਦਾ ਹੈ। ਪਰ ਜਿਹੜੇ ਇਹ ਅੰਦਾਜ਼ੇ ਲੱਗੇ ਸੀ ਉਹ ਲੱਗੇ ਸੀ 1921 ਤੇ 1946 ਤੱਕਰ ਦੇ। ਖੈਰ, ਉਦੋਂ ਬਾਅਦ ਕੀ ਹੋਇਆ ਕਿ ਇਸ ਰਿਪੋਰਟ ਦੇ ਵਿੱਚ ਗਲਤੀ ਨਾਲ ਕਹਿ ਲਓ ਜਾਂ ਜਾਣਬੁੱਝ ਕੇ ਕਹਿ ਲਓ, ਰਾਵੀ ਦਰਿਆ ਦੇ ਪਾਣੀਆਂ ਨੂੰ ਵੀ ਵੰਡਣ ਵਾਲੇ ਪਾਣੀਆਂ ਦੇ ਵਿੱਚ ਸ਼ਾਮਲ ਕਰ ਲਿਆ ਗਿਆ, ਜਦਕਿ ਰਾਵੀ ਦਰਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਪਾਕਿਸਤਾਨ ਦੇ ਵਿੱਚ ਵਹਿੰਦਾ ਵਾ। ਉਸ ਤੋਂ ਬਾਅਦ ਕੀ ਹੋਇਆ ਕਿ ਫਿਰ ਜਿਹੜਾ ਵਾ ਇਸ ਰਿਪੋਰਟ ਨੇ ਪੰਜਾਬ ਪੁਨਰਗਠਨ ਐਕਟ 1966 ਦੇ ਸੈਕਸ਼ਨ 78 ਦੀ ਧਾਰਾ ਜਿਹੜੀ ਇੱਕ ਉਹਦੀ ਉਲੰਘਣਾ ਕੀਤੀ, ਜਿਹਦੇ ਮੁਤਾਬਕ ਸਿਰਫ ਭਾਖੜਾ ਨੰਗਲ ਪ੍ਰੋਜੈਕਟ ਤੇ ਬਿਆਸ ਪ੍ਰੋਜੈਕਟ ਨਾਲ ਸੰਬੰਧਿਤ ਜਲ ਸਰੋਤਾਂ ਦੀ ਵੰਡ ਦਾ ਜ਼ਿਕਰ ਕੀਤਾ ਗਿਆ। ਇਸੇ ਤਰ੍ਹਾਂ ਜੇਕਰ ਅੱਗੇ ਆਈਏ ਆਪਾਂ 1973 ਦੇ ਵਿੱਚ ਯੋਜਨਾ ਕਮਿਸ਼ਨ ਜਦੋਂ ਬਣਿਆ, ਜਿਸ ਨੂੰ ਮੂਰਤੀ ਕਮਿਸ਼ਨ ਨੇ 1975 ਦੇ ਵਿੱਚ ਫਿਰ ਦੁਹਰਾਤਾ। ਫਿਰ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਵਾਲਾ ਜਲ ਅਵਾਰਡ 1976 ਦੇ ਵਿੱਚ ਫਿਰ ਇਹੀ ਗੱਲ ਵੇਖਣ ਨੂੰ ਮਿਲੀ। ਉਹ ਕਹਿੰਦੇ ਵੀ ਜੀ ਇਹਨਾਂ ਦਾ 3.02 ਮਿਲੀਅਨ ਏਕੜ ਫੁੱਟ ਪਾਣੀ ਦਿਓ, ਹਾਲਾਂਕਿ ਜਿਹਦੇ ਵਿੱਚ ਰਾਵੀ ਦਾ ਪਾਣੀ ਐਡ ਕੀਤਾ ਗਿਆ। ਤੇ ਉਸ ਤੋਂ ਬਾਅਦ ਫਿਰ ਜਿਹੜਾ ਪੰਜਾਬ ਨੂੰ ਹਰਿਆਣੇ ਦਾ ਪਾਣੀ ਲਿਜਾਣ ਰਾਜੀਵ ਇਹਦਾ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਬਣਾ ਕੇ ਇਹ ਪਾਣੀ ਹਰਿਆਣੇ ਨੂੰ ਲਿਜਾਣ ਦਾ ਫੈਸਲਾ ਕੀਤਾ ਗਿਆ। ਤਾਂ ਇਹਦਾ ਇਸੇ ਗਲਤੀ ਦਾ ਪ੍ਰਗਟਾਵਾ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ 1985 ਦੇ ਵਿੱਚ ਵੀ ਮਿਲਦਾ। ਹੁਣ ਇੱਥੋਂ ਇਹੀ ਲੱਗਦਾ ਵੀ ਇੱਕ ਗਲਤੀ ਹੋ ਗਈ ਇੱਕ ਵਾਰੀ, BP ਪਟੇਲ ਨੇ ਕਰਤੀ 1969 ਦੇ ਵਿੱਚ, 1970 ਦੇ ਵਿੱਚ ਫੇਰ ਹੋ ਗਈ, 73 ਦੇ ਵਿੱਚ ਫੇਰ ਹੋ ਗਈ, 76 ਦੇ ਵਿੱਚ ਫੇਰ ਹੋ ਗਈ, 85 ਤੱਕ ਹੀ ਉਹ ਗਲਤੀ ਕੀਤੀ ਗਈ। ਤਾਂ ਇਹਦਾ ਮਤਲਬ ਇਹ ਗਲਤੀ ਜਾਣਬੁੱਝ ਕੇ ਕੀਤੀ ਜਾਂਦੀ ਰਹੀ। ਪੰਜਾਬ ਦੀ ਮੌਜੂਦਾ ਸਰਕਾਰ ਦੀ ਲੀਡਰਸ਼ਿਪ ਨੂੰ ਇਸ ਗਲਤੀ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਉਣਾ ਚਾਹੀਦਾ ਤੇ ਇਨਸਾਫ ਦੇ ਨਜ਼ਰੀਏ ਤੋਂ ਸੁਧਾਰਨਾ ਬਣਦਾ ਇਸ ਗਲਤੀ ਨੂੰ। ਹੁਣ ਜਿਹੜੇ ਪੰਜਾਬ ਦੇ ਇੱਕ ਸਾਬਕਾ ਚੀਫ ਇੰਜੀਨੀਅਰ ਸੀਗੇ RS ਗਿੱਲ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹਰਿਆਣੇ ਦਾ ਦਰਿਆਈ ਪਾਣੀਆਂ ਦਾ ਜਿਹੜਾ ਹਿੱਸਾ ਹੈ ਉਹ 3.5 ਮਿਲੀਅਨ ਏਕੜ ਫੁੱਟ ਦੀ ਬਜਾਏ 1.93 ਮਿਲੀਅਨ ਏਕੜ ਫੁੱਟ ਬਣਦਾ ਹੈ ਤੇ ਪਾਣੀ ਦਾ ਇਹ ਹਿੱਸਾ ਹਰਿਆਣੇ ਨੂੰ ਜਾਣਾ ਚਾਹੀਦਾ ਹੈ।
ਹਰਿਆਣਾ ਸਰਕਾਰ ਨੇ ਖੁਦ ਮੰਨਿਆ 1985 ਦੇ ਵਿੱਚ ਕਿ ਮੌਜੂਦਾ ਨਹਿਰਾਂ ਦੇ ਰਾਹੀਂ ਹਰਿਆਣੇ ਨੂੰ 1.99 ਮਿਲੀਅਨ ਏਕੜ ਫੁੱਟ, ਯਾਨੀ ਕਿ ਬਣਦਾ ਹਰਿਆਣੇ ਦਾ 1.93 ਮਿਲੀਅਨ ਏਕੜ ਫੁੱਟ ਹੈ, ਜਾ ਰਿਹਾ ਉਹਨਾਂ ਨੂੰ 1.99 ਮਿਲੀਅਨ ਏਕੜ ਫੁੱਟ, ਜਿਹੜਾ ਪੰਜਾਬ ਦੇ ਵਿੱਚ ਅਸਲ ਪਾਣੀ ਹੈ ਉਹਦੇ ਹਿਸਾਬ ਦੇ ਨਾਲ। ਮਤਲਬ ਕਿ ਪੰਜਾਬ ਤੋਂ ਪਾਣੀ ਜਿਹੜਾ ਹਰਿਆਣੇ ਨੂੰ ਜਾ ਰਿਹਾ ਉਹ ਵੱਧ ਹੈ। ਇਸ ਤੋਂ ਇਲਾਵਾ ਜਿਹੜਾ ਉਹ ਪੰਜਾਬ ਤੋਂ ਸਤਲੁਜ ਯਮੁਨਾ SYL ਦੇ ਰਾਹੀਂ ਪਾਣੀ ਲਿਜਾਣਾ ਚਾਹੁੰਦਾ 1.5 ਮਿਲੀਅਨ ਏਕੜ ਫੁੱਟ, ਤਾਂ ਉਹਦੇ ਵਿੱਚ ਰਾਵੀ ਦੇ ਪਾਣੀ ਦਾ ਹਿੱਸਾ ਵੀ ਹੈ। ਤੇ ਜੇਕਰ ਇਹ ਜਿਹੜੀ ਪਾਣੀਆਂ ਦੀ ਅੰਦਾਜ਼ੇ ਦੀ ਲੜੀ ਹੈ 1921 ਤੋਂ 1946 ਤੱਕ ਹੈ, ਜੇਕਰ ਹੁਣ ਗਲੇਸ਼ੀਅਰ ਪਿਘਲ ਗਏ ਨੇ ਜਾਂ ਦਰਿਆਵਾਂ ਦੇ ਵਿੱਚ ਵੀ ਪਾਣੀ ਘਟਿਆ, ਤਾਂ ਇਹਨੂੰ ਹੁਣ ਤਾਜ਼ਾ ਲੜੀ 1997 ਤੇ 2022 ਵਾਲੀ ਦੇ ਹਿਸਾਬ ਨਾਲ ਮਾਪਣਾ ਚਾਹੀਦਾ ਹੈ ਕਿ ਹਰਿਆਣੇ ਦਾ ਹਿੱਸਾ ਕਿੰਨਾ ਕੁ ਵਾਜਬ ਹੈ। ਜੇਕਰ ਥੋੜ੍ਹਾ ਹੋਰ ਹਿੱਸਾ ਵੀ ਨਿਕਲਦਾ ਹੈ, ਤਾਂ ਉਸ ਨੂੰ ਮੌਜੂਦਾ ਜਿਹੜੀਆਂ ਦੋ ਨਹਿਰਾਂ ਭਾਖੜਾ ਨਹਿਰ ਤੇ ਸਰਹੰਦ ਫੀਡਰ ਦੇ ਰਾਹੀਂ ਹਰਿਆਣੇ ਨੂੰ ਭੇਜਿਆ ਜਾ ਸਕਦਾ ਹੈ। ਇਸ ਕਰਕੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਹੈ ਤੇ ਇਹਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿੰਨਾ ਹੱਕੀ ਤੌਰ ਤੇ ਹਰਿਆਣੇ ਨੂੰ ਚਾਹੀਦਾ ਹੈ 1.99 ਮਿਲੀਅਨ ਏਕੜ ਫੁੱਟ, ਤਾਂ ਉਹ ਉਹਨੂੰ ਜਾ ਰਿਹਾ। ਜੇ ਪਮਾਇਸ਼ ਤੋਂ ਬਾਅਦ ਉਹਦਾ ਹੱਕ ਹਕੂਕ ਦੇ ਹਿਸਾਬ ਨਾਲ ਵੱਧ ਨਿਕਲਦਾ ਹੈ, ਤਾਂ ਉਹਨੂੰ ਉਹ ਭਾਖੜਾ ਦੇ ਰਾਹੀਂ ਜਾਂ ਸਰਹੰਦ ਫੀਡਰ ਦੇ ਰਾਹੀਂ ਹਰਿਆਣੇ ਨੂੰ ਦਿੱਤਾ ਜਾ ਸਕਦਾ ਹੈ। ਦੂਜੀ ਇੱਕ ਗੱਲ ਇਹਦੇ 'ਚ ਖਾਸ ਹੈ ਕਿ ਲੰਘੇ ਦਿਨੀ ਪੰਜਾਬ ਦੀ ਜਿਹੜੀ ਮੰਗ ਸੀ, ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਕੀ ਸੀ ਕਿ ਸਾਨੂੰ ਸ਼ਾਰਦਾ ਯਮੁਨਾ ਲਿੰਕ ਨਹਿਰ ਦੇ ਵਿੱਚੋਂ ਪਾਣੀ ਤੁਸੀਂ ਦਿਓ, ਕਿਉਂਕਿ ਜੇਕਰ ਨਾਨ ਰਿਪੇਰੀਅਨ ਰਾਜ ਹਰਿਆਣਾ ਦੇ ਹਿੱਸੇ ਜਾਂ ਰਾਜਸਥਾਨ ਪੰਜਾਬ ਦੇ ਪਾਣੀਆਂ ਸਤਲੁਜ ਦਰਿਆ ਜਿਹੜਾ ਉਹਦੇ ਨੇੜੇ ਤੇੜੇ ਵੀ ਨਹੀਂ, ਜੇ ਉਹਨੂੰ ਪਾਣੀ ਦਿੱਤਾ ਜਾ ਸਕਦਾ ਤੇ ਫਿਰ ਪੰਜਾਬ ਨੂੰ ਸ਼ਾਰਦਾ ਯਮੁਨਾ ਲਿੰਕ ਨਹਿਰ ਦਾ ਕਿਉਂ ਨਹੀਂ ਦਿੱਤਾ ਜਾ ਸਕਦਾ। ਤਾਂ ਉਹ ਜਿਹੜੀ ਮੰਗ ਆ ਉਹ ਕੇਂਦਰ ਨੇ ਠੁਕਰਾ ਦਿੱਤੀ ਹੈ। ਹੁਣ ਸਿੱਟਾ ਇਸ ਗੱਲ ਦਾ ਤੁਸੀਂ ਆਪੇ ਕੱਢ ਲਿਓ ਕਿ ਕੇਂਦਰ ਨੇ ਕਿਉਂ ਠੁਕਰਾਈ ਹੈ, ਕਿਉਂਕਿ ਆਪਾਂ ਦੇਖਿਆ 50 ਸਾਲਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਦੇ ਹੱਲ ਨਹੀਂ ਮਸਲੇ ਕੀਤੇ ਗਏ ਔਰ ਗਲਤੀਆਂ ਵਾਰ-ਵਾਰ ਸੰਵਿਧਾਨਿਕ ਤੌਰ ਤੇ, ਕਾਨੂੰਨੀ ਤੌਰ ਤੇ, ਪੰਜਾਬ ਦੇ ਹੱਕ ਹਕੂਕ ਦੇ ਤੌਰ ਤੇ ਵਾਰ-ਵਾਰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ, ਤਾਂ ਹੁਣ ਉਹਨਾਂ ਚੀਜ਼ਾਂ ਦੀ ਆਸ ਕਿੱਥੋਂ ਤੇ ਕਿਹਦੇ ਤੋਂ ਰੱਖੀਏ। ਮਾਨ ਸਾਹਿਬ ਨੂੰ ਇਹਨਾਂ ਚੀਜ਼ਾਂ ਤੇ, ਹਾਲਾਂਕਿ ਮੈਂ ਇਸ ਗੱਲ ਦੇ ਉੱਤੇ ਸਹਿਮਤ ਹਾਂ ਕਿ ਉਹਨਾਂ ਨੇ ਪਾਣੀ ਮਾਹਰਾਂ ਦੀ ਰਾਏ ਜ਼ਰੂਰ ਲਈ, ਕਿਉਂਕਿ ਜਿਹੜੀ ਉਹਨਾਂ ਨੇ PC ਕੀਤੀ ਸੀ ਬਾਹਰ ਆਉਣ ਤੋਂ ਬਾਅਦ, ਖੱਟਰ ਨਾਲ ਮਿਲਣ ਤੋਂ ਬਾਅਦ, ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਵਾਜਬ ਗੱਲਾਂ ਵੀ ਕੀਤੀਆਂ, ਪਰ ਕਈ ਥਾਈਂ ਉਹ ਉੱਕੇ ਵੀ। ਇਹ ਸਾਨੂੰ ਮੰਨ ਕੇ ਚੱਲਣਾ ਪੈਣਾ, ਪਰ ਜਿਹੜੀਆਂ ਕੀਤੀਆਂ ਉਹ ਵਾਜਬ ਸੀ, ਇਹਦੇ ਵਿੱਚ ਕੋਈ ਦੁਰਾਏ ਨਹੀਂ, ਇਹ ਸਾਨੂੰ ਮੰਨਣਾ ਪੈਣਾ। ਖੈਰ, ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪਾਣੀਆਂ ਦੇ ਮਸਲੇ ਤੇ ਆਪਾਂ ਫਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਜਿਹੜੀ ਹੈ ਕਰਦੇ ਰਹਾਂਗੇ। ਤੇ ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।